ਸਤਿ ਸ਼੍ਰੀ ਅਕਾਲ ਦੋਸਤੋ, ਮਾਨਸਾਪੁਰ ਜੀਕੇ ਚੈਨਲ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਪੋਲਿਟੀ ਦੀ ਜੋ ਮੌਕ ਟੈਸਟ ਸੀਰੀਜ਼ ਸਟਾਰਟ ਕੀਤੀ ਹੋਈ ਹੈ ਉਹਨੂੰ ਅੱਗੇ ਵਧਾਵਾਂਗੇ। ਤਾਂ ਮੇਰਾ ਮਕਸਦ YouTube ਦੇ ਉੱਤੇ ਕੋਈ ਇਹ ਨਹੀਂ ਹੈਗਾ ਵੀ ਮੈਂ ਮਤਲਬ ਇੱਕ ਕੁਐਸਚਨ ਕਰਾ ਕੇ ਉਹਦੀ ਸਲਾਈਡ ਬਣਾ ਕੇ ਸਿੰਪਲ ਉਹਦੇ 'ਤੇ ਟਿਕ ਲਵਾ ਕੇ ਅੱਗੇ ਲੰਘ ਜਾ। ਤਾਂ ਮੇਰਾ ਇਹ ਵੇ ਨਹੀਂ ਹੈਗਾ ਟੀਚਿੰਗ ਕਰਨ ਦਾ। ਤਾਂ ਮੈਨੂੰ ਜਿੰਨੀ ਕੁ ਇਨਫੋਰਮੇਸ਼ਨ ਮੈਂ ਦੇ ਸਕਦਾ ਅਤੇ ਤੁਹਾਡੀ ਵੱਧ ਤੋਂ ਵੱਧ ਰਿਵੀਜ਼ਨ ਹੈ ਜਿਹੜੀ ਉਹ ਕਰਵਾ ਸਕਦਾ ਹੈ YouTube ਦੇ ਉੱਤੇ। ਤਾਂ ਪਲੀਜ਼ ਇਹਨੂੰ ਮੌਕ ਟੈਸਟ ਦੇ ਵਜੋਂ ਹੀ ਲਿਆ ਕਰੋ। ਅਤੇ ਇਹ ਜਿਹੜੇ ਕੁਐਸਚਨਸ ਨੇ ਇਹ ਪੇਪਰ ਦੇ ਵਿੱਚ ਤੁਹਾਨੂੰ ਮੈਂ ਗਰੰਟੀ ਕਰਦਾ ਕਿ ਬਹੁਤ ਹੈਲਪ ਕਰਨਗੇ। ਤਾਂ ਜਿਹੜੇ ਬੱਚਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਜੇਕਰ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਕਰਨਾ ਨਾ ਭੁੱਲਿਓ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਤਾਂ ਚੱਲਦੇ ਹਾਂ ਪਹਿਲੇ ਕੁਐਸਚਨ ਦੇ ਵੱਲ। ਚੇਅਰਮੈਨ ਆਫ ਮਨਿਓਰਟੀਜ਼ ਸਬ ਕਮੇਟੀ। ਮਨਿਓਰਟੀਜ਼ ਮਤਲਬ ਘੱਟ ਗਿਣਤੀਆਂ ਦੇ ਲਈ ਇੱਕ ਸਬ ਕਮੇਟੀ ਬਣੀ ਸੀ। ਤਾਂ ਉਹਦੇ ਜਿਹੜੇ ਚੇਅਰਮੈਨ ਨੇ ਉਹ ਕੌਣ ਸੀਗੇ? ਠੀਕ ਹੈ ਜੀ, ਪਹਿਲਾਂ ਆਪਾਂ ਇਹਦਾ ਜਵਾਬ ਲੈ ਲੈਂਦੇ ਹਾਂ। ਤਾਂ ਇਹਦਾ ਜਿਹੜਾ ਸਹੀ ਆਨਸਰ ਹੈ ਜੀ ਉਹ ਹੈਗਾ HC ਮੁਖਰਜੀ। ਇਹ ਆਪਸ਼ਨ ਇਹਦਾ ਜਿਹੜਾ ਹੈਗਾ ਜੀ ਉਹ ਸਹੀ ਆਨਸਰ ਹੈ ਜੀ। ਤਾਂ ਜਦੋਂ ਆਪਣਾ ਕੌਂਸਟੀਟਿਊਐਂਟ ਅਸੈਂਬਲੀ ਬਣੀ ਹੈ ਉਦੋਂ ਬਾਅਦ ਜਦੋਂ ਸੰਵਿਧਾਨ ਬਣਾਉਣ ਦੇ ਲਈ ਜਿਹੜੀਆਂ ਕਮੇਟੀਆਂ ਬਣੀਆਂ ਨੇ ਤਾਂ ਉਹ ਕਮੇਟੀਆਂ ਦੇ ਵਿੱਚੋਂ ਇੱਕ ਕਮੇਟੀ ਸੀ ਜੀ ਇਹ ਮਨਿਓਰਟੀਜ਼ ਸਬ ਕਮੇਟੀ। ਤਾਂ ਪੇਪਰ 'ਚ ਹੁਣ ਸਿੱਧਾ ਤੁਹਾਨੂੰ ਸਿੰਪਲ ਕਮੇਟੀਆਂ ਨਹੀਂ ਪੁੱਛੂਗਾ, ਤਾਂ ਮਤਲਬ ਥੋੜ੍ਹਾ ਜਿਹਾ ਉਹ ਲੈਵਲ ਅਪ ਕਰਦਾ ਜਾ ਰਿਹਾ ਹੈ। ਠੀਕ ਹੈ ਜੀ, ਤਾਂ ਮਨਿਓਰਟੀਜ਼ ਦੀ ਸਬ ਕਮੇਟੀ ਦੇ ਲਈ ਜਿਹੜੇ ਚੇਅਰਮੈਨ ਸੀ ਉਹ ਸੀਗੇ ਜੀ HC ਮੁਖਰਜੀ। ਠੀਕ ਹੈ, ਹੁਣ ਇੱਥੇ ਆਪਸ਼ਨ ਦੇ ਵਿੱਚ GB ਮਾਲਵੰਕਰ ਪਿਆ। ਤਾਂ ਇਹਨਾਂ ਬਾਰੇ ਮੈਂ ਤੁਹਾਨੂੰ ਕੀ ਦੱਸ ਸਕਦਾ ਜੀ ਕਿ ਕਮੇਟੀ ਔਨ ਫੰਕਸ਼ਨਸ ਆਫ ਕੌਂਸਟੀਟਿਊਐਂਟ ਅਸੈਂਬਲੀ। ਠੀਕ ਹੈ, ਕੌਂਸਟੀਟਿਊਐਂਟ ਅਸੈਂਬਲੀ ਦੇ ਫੰਕਸ਼ਨਸ ਦੇ ਲਈ ਮਤਲਬ ਜਿਹੜੀ ਕਮੇਟੀ ਦੇ ਚੇਅਰਮੈਨ ਸੀ ਉਹ ਕੌਣ ਸੀਗੇ ਜੀ? GB ਮਾਲਵੰਕਰ ਸੀਗੇ। ਠੀਕ ਹੈ ਜੀ ਗੱਲ। GB ਮਾਲਵੰਕਰ ਫਸਟ ਸਪੀਕਰ ਆਫ ਲੋਕ ਸਭਾ ਸੀਗੇ, ਇਹ ਵੀ ਗੱਲ ਤੁਸੀਂ ਯਾਦ ਰੱਖਣੀ ਹੈ। ਠੀਕ ਹੈ ਜੀ, ਸਰਦਾਰ ਵੱਲਭ ਭਾਈ ਪਟੇਲ ਆਪਸ਼ਨ ਦੇ ਵਿੱਚ ਪਿਆ ਜੀ। ਐਡਵਾਈਜ਼ਰੀ ਕਮੇਟੀ ਔਨ ਫੰਡਾਮੈਂਟਲ ਰਾਈਟਸ ਐਂਡ ਮਨਿਓਰਟੀਜ਼ ਦੇ ਲਈ ਜਿਹਦੇ ਹੈੱਡ ਸੀਗੇ ਉਹ ਕੌਣ ਸੀਗੇ ਜੀ? ਸਰਦਾਰ ਵੱਲਭ ਭਾਈ ਪਟੇਲ। ਸਰਦਾਰ ਦਾ ਜਿਹੜਾ ਟਾਈਟਲ ਸੀ ਇਹਨਾਂ ਨੂੰ ਕਿੱਥੇ ਮਿਲਿਆ ਜੀ? ਬਾਰਦੌਲੀ ਸੱਤਿਆਗ੍ਰਹਿ ਦੇ ਵਿੱਚ ਮਿਲਿਆ ਜੀ। ਠੀਕ ਹੈ, ਉੱਥੋਂ ਦੀਆਂ ਔਰਤਾਂ ਨੇ ਦਿੱਤਾ ਸੀ। ਜੇ ਔਰਤਾਂ ਨਹੀਂ ਹੈਗਾ ਆਪਸ਼ਨ ਦੇ ਵਿੱਚ ਤਾਂ ਤੁਸੀਂ ਕੀ ਲਾ ਕੇ ਆਓਗੇ? ਫਿਰ ਮਹਾਤਮਾ ਗਾਂਧੀ ਲਾ ਕੇ ਆਓਗੇ ਕਿ ਵੱਲਭ ਭਾਈ ਪਟੇਲ ਨੂੰ ਸਰਦਾਰ ਦਾ ਜਿਹੜਾ ਟਾਈਟਲ ਸੀ ਉਹ ਕਿਹਨੇ ਦਿੱਤਾ ਸੀਗਾ ਜੀ? ਮਹਾਤਮਾ ਗਾਂਧੀ ਜੀ ਨੇ ਦਿੱਤਾ ਸੀ। ਠੀਕ ਹੈ, ਆਪਸ਼ਨ ਦੇ ਵਿੱਚ BR ਅੰਬੇਦਕਰ ਪਿਆ ਜੀ। ਤਾਂ ਇੱਕ ਇੰਪੋਰਟੈਂਟ ਕਮੇਟੀ ਹੈ ਜੀ, ਸਟਾਰ ਲਾ ਲਿਓ, ਜਿਹਦਾ ਨਾਮ ਹੈਗਾ ਜੀ ਡਰਾਫਟਿੰਗ ਕਮੇਟੀ। ਠੀਕ ਹੈ ਜੀ, ਤਾਂ ਪੇਪਰ 'ਚ ਪੁੱਛ ਲੈਂਦੇ ਆ ਡਰਾਫਟਿੰਗ ਕਮੇਟੀ ਹੈ ਜਿਹੜੀ ਇਹ ਕਦੋਂ ਬਣੀ ਹੈ? ਤਾਂ ਤੁਸੀਂ ਆਪਸ਼ਨ ਲਾਓਗੇ ਜੀ 29 ਅਗਸਤ 1947। ਜੇਕਰ ਕਈ ਬੱਚਿਆਂ ਨੂੰ ਵੀਡੀਓ ਦੀ ਸਪੀਡ ਸਲੋ ਲੱਗਦੀ ਹੈ ਤਾਂ ਉਹ ਤੇਜ਼ ਕਰਕੇ ਥੋੜ੍ਹਾ ਮੋਟਾ ਦੇਖ ਸਕਦੇ ਨੇ, ਜਿਸ ਹਿਸਾਬ ਨਾਲ ਉਹਨਾਂ ਦੀ ਮਤਲਬ ਐਡਜਸਟਮੈਂਟ ਹੁੰਦੀ ਹੈ। 29 ਅਗਸਤ 1947 ਨੂੰ ਕੀ ਹੈ ਜੀ ਡਰਾਫਟਿੰਗ ਕਮੇਟੀ ਹੈ ਜਿਹੜੀ ਉਹ ਬਣੀ ਹੈ। 21 ਫਰਵਰੀ ਇਹ ਪੇਪਰ 'ਚ ਪੁੱਛਿਆ ਜਾਂਦਾ ਜੀ 21 ਫਰਵਰੀ 1948 ਨੂੰ ਇਹਨੇ ਆਪਦੀ ਰਿਪੋਰਟ ਹੈ ਜਿਹੜੀ ਕੌਂਸਟੀਟਿਊਐਂਟ ਅਸੈਂਬਲੀ ਦੇ ਪ੍ਰੈਜ਼ੀਡੈਂਟ ਨੂੰ ਸਬਮਿਟ ਕਰਤੀ ਜੀ। ਠੀਕ ਹੈ ਜੀ ਗੱਲ। ਤਾਂ ਰਿਵੀਜ਼ਨ ਕਰੀ ਚਲੋ, ਰਿਵੀਜ਼ਨ ਦੇ ਨਾਲ ਹੀ ਤੁਹਾਡੀ ਕੀ ਹੈ ਜੀ ਇਹ ਡੇਟਾਂ ਡੂਟਾਂ ਕਈ ਬੱਚਿਆਂ ਨੂੰ ਯਾਦ ਨਹੀਂ ਹੁੰਦੀਆਂ ਹੈਗੀਆਂ, ਤਾਂ ਰਿਵੀਜ਼ਨ ਹੀ ਸਾਰਿਆਂ ਨਾਲੋਂ ਵਧੀਆ ਮੈਥਡ ਹੈ ਜੀ। ਠੀਕ ਹੈ, ਤਾਂ ਇੰਨੀ ਕੁ ਇਨਫੋਰਮੇਸ਼ਨ ਤੁਸੀਂ ਸਾਂਭਿਓ। ਠੀਕ ਹੈ, ਹੋਰ ਮੈਂ ਤੁਹਾਨੂੰ ਦੱਸ ਦਿੰਦਾ ਜੀ ਕੌਂਸਟੀਟਿਊਐਂਟ ਅਸੈਂਬਲੀ ਹੈ ਜਿਹੜੀ ਉਹਦੇ ਕਿੰਨੇ ਮੈਂਬਰ ਸੀਗੇ ਜੀ? 399 ਮੈਂਬਰ ਸੀਗੇ, ਪਰ ਪਾਰਟੀਸ਼ਨ ਤੋਂ ਬਾਅਦ ਕਿੰਨੇ ਰਹਿ ਗਏ ਜੀ? 299 ਰਹਿ ਗਏ। ਅਤੇ 299 ਦੇ ਵਿੱਚੋਂ ਜਿਹੜੇ ਸਾਈਨ ਕੀਤੇ ਸੀ ਉਹ ਕਿਹਨੇ ਕੀਤੇ ਸੀ ਜੀ? 284 ਨੇ ਕੀਤੇ ਸੀਗੇ ਜੀ। ਠੀਕ ਹੈ ਜੀ ਗੱਲ। ਹੋਰ ਮੈਂ ਤੁਹਾਨੂੰ ਕੀ ਦੱਸ ਸਕਦਾ ਜੀ ਕੌਂਸਟੀਟਿਊਐਂਟ ਅਸੈਂਬਲੀ ਜਾਂ ਕੌਂਸਟੀਟਿਊਸ਼ਨ ਬਣਾਉਣ ਦੀ ਜਿਹੜੀ ਸਾਰਿਆਂ ਨਾਲੋਂ ਪਹਿਲੀ ਵਾਰ ਭਾਰਤ ਦੇ ਵਿੱਚ ਐਡਵਾਈਸ ਦਿੱਤੀ ਉਹ ਕਿਹਨੇ ਦਿੱਤੀ ਜੀ? ਤਾਂ ਪੇਪਰ 'ਚ ਪੁੱਛ ਲੈਂਦੇ ਆ ਜੀ MN ਰॉय। ਠੀਕ ਹੈ ਜੀ, MN ਰॉय ਦੀ ਇੱਕ ਕਿਤਾਬ ਯਾਦ ਰੱਖਣੀ ਹੈ ਜੀ ਤੁਸੀਂ, ਇੰਡੀਆ ਇਨ ਟ੍ਰਾਂਜ਼ਿਸ਼ਨ। ਇੰਡੀਆ ਇਨ ਟ੍ਰਾਂਜ਼ਿਸ਼ਨ ਕਿਹਦੀ ਕਿਤਾਬ ਹੈ ਜੀ? MN ਰॉय। ਕਮਿਊਨਿਸਟ ਪਾਰਟੀ ਹੈ ਜਿਹੜੀ ਇਹਨਾਂ ਨੇ ਕੀ ਕੀਤੀ ਸੀਗੀ ਜੀ? ਅਸਟੈਬਲਿਸ਼ ਕੀਤੀ ਸੀ, ਸਥਾਪਿਤ ਕੀਤੀ ਸੀ। ਠੀਕ ਹੈ ਜੀ, ਤਾਂ ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਹੂ ਵਾਜ਼ ਨੋਟ ਮੈਂਬਰ ਆਫ ਡਰਾਫਟਿੰਗ ਕਮੇਟੀ। ਹੇਠ ਲਿਖਿਆਂ ਵਿੱਚੋਂ ਦੱਸੋ ਜੀ ਕਿਹੜੇ ਜਿਹੜਾ ਹੈਗਾ ਜੀ ਉਹ ਡਰਾਫਟਿੰਗ ਕਮੇਟੀ ਦੇ ਮੈਂਬਰ ਆ ਜਿਹੜੇ ਉਹ ਨਹੀਂ ਸੀਗੇ। ਠੀਕ ਹੈ ਜੀ, KM ਮੁੰਸ਼ੀ ਬਿਲਕੁਲ ਜੀ ਇਹ ਤਾਂ ਹੈਗੇ ਸੀਗੇ। ਗੋਪਾਲ ਸਵਾਮੀ ਅਯੰਗਰ ਇਹ ਵੀ ਬਿਲਕੁਲ ਹੈਗੇ ਸੀਗੇ ਜੀ। N ਮਾਧਵ ਰਾਓ ਇਹ ਵੀ ਹੈਗੇ ਸੀਗੇ ਜੀ। ਅਤੇ JB ਕਿਰਪਲਾਨੀ ਇਹ ਨਹੀਂ ਸੀਗੇ ਜੀ। ਤਾਂ ਇਹਦਾ ਜਿਹੜਾ ਸਹੀ ਆਨਸਰ ਹੈ ਜੀ ਉਹ ਕੀ ਹੈ ਜੀ? JB ਕਿਰਪਲਾਨੀ ਜਿਹੜੇ ਕਿ ਡਰਾਫਟਿੰਗ ਕਮੇਟੀ ਦੇ ਮੈਂਬਰ ਨਹੀਂ ਸੀ। ਠੀਕ ਹੈ ਜੀ, ਡਰਾਫਟਿੰਗ ਕਮੇਟੀ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ। ਦੇਖੋ ਹੋਰ ਦੱਸ ਦਿੰਦਾ ਜੀ ਟੋਟਲ ਕਿੰਨੇ ਸੀਗੇ ਜੀ ਮੈਂਬਰ? 7 ਸੀਗੇ। ਮਤਲਬ ਕੀ ਕੰਬੀਨੇਸ਼ਨ ਸੀਗਾ ਜੀ 1+6। ਇੱਕ ਇਹਦਾ ਚੇਅਰਮੈਨ ਸੀਗਾ ਜੀ ਜਿਹੜੇ ਕਿ ਕੌਣ ਸੀਗੇ ਜੀ? BR ਅੰਬੇਦਕਰ ਸੀਗੇ ਜੀ। ਠੀਕ ਹੈ, 6 ਦੇ ਕੀ ਸੀਗੇ ਜੀ? ਮੈਂਬਰ ਸੀਗੇ। ਠੀਕ ਹੈ, ਜਿਨ੍ਹਾਂ ਵਿੱਚੋਂ KM ਮੁੰਸ਼ੀ, ਗੋਪਾਲ ਸਵਾਮੀ ਅਯੰਗਰ, N ਮਾਧਵ ਰਾਓ, ਮੁਹੰਮਦ ਸਦੁੱਲਾ,
ठीक है जी। तो टी कृष्णामचारी ਜਿਹੜੇ कि किनू रिप्लेस किया जिन्होंने DP कतान की डैथ तो बाद टी कृष्णामचारी आए पेपर 'ਚ पुछ सकते हैं। ठीक है जी। तो BN मित्तर उन्हों की भी डैथ हो गई सी, तो उन्हों की जगह पर कौन आ गया सीगा जी, माधव राव आए सीगे। ठीक है, तो याद रखियो इंपॉर्टेंट आ 29 अगस्त 1947 ਨੂੰ ड्राफ्टिंग कमेटी है जी की हुई है जी बनी है। 21 फरवरी 1948 ਨੂੰ ਆਪਦੀ ਰਿਪੋर्ट है जी कॉन्स्टिट्यूएंट असैंबली के ਪ੍ਰੈਜ਼ੀਡੈਂਟ ਨੂੰ इन्होंने सबमिट करती सी। ठीक है जी गल। तो होर बस ये बारे इन्नी इन्फॉर्मेशन तुसीं रख सकते हो याद। तो BR अंबेडकर तो मैं तुहानूं एक इन्फॉर्मेशन होर दस दिना जी, माहड़ सत्याग्रह, माहड़ MAHAD माहड़ सत्याग्रह जी दे नाल कौन संबंधित है, तो पेपर 'ਚ पुछ लैणगे BR अंबेडकर ने मतलब ये सत्याग्रह जोड़ा वो चलाया सीगा। ठीक है जी गल। तो याद रखियो इंपॉर्टेंट है 29 मैं तुहानूं दसदा जी 26 नवंबर समार के लिखदा जी मैं, देखो आ डेट नहीं भुल्लनी तुसीं जी, 26 नवंबर 1949 ਨੂੰ साडा संविधान है जिहड़ा की कीता सी जी, अडोप्ट कीता सीगा। अडोप्ट टर्म वरतदा पेपर 'ਚ कि वैन वाज आवर कॉन्स्टिट्यूशन अडोप्टड, तो अडोप्टड जो टर्म आऊगी तो तुसीं 26 नवंबर 1949 लाउणा है। तो जो केम इंटू फोर्स आऊ जां इंप्लीमेंट होऊ लागू कदों होया जी, तो 26 जनवरी 1950 ਨੂੰ की है जी लागू होया। ठीक है जी गल। तो याद रखनी है JB कृपलानी बारे तुसीं की याद रख सकते हो, INC दे लास्ट प्रैजीडेंट पेपर 'ਚ पुछ लैंदे ने, तो कौन सीगे जी, JB कृपलानी सीगे। ठीक है जी गल। JB कृपलानी कोले एक कमेटी भी सीगी जी, किहड़ी फंडामेंटल राइट्स सब कमेटी। ठीक है, फंडामेंटल राइट्स सब कमेटी। कई बच्चे की करते सरदार वल्लभ भाई पटेल ते लाए होंगे। ठीक है, फंडामेंटल राइट की कमेटी सी वो, ये एक सब कमेटी है। ठीक है जी। तो सब कमेटी के जोड़े चेयरमैन से कौन से JB कृपलानी सीगे, ते INC के लास्ट प्रैजीडेंट भी कौन से जी, JB कृपलानी सीगे। ठीक है जी। तो चलते हैं नैक्सट क्वेश्चन वाल। फैडरेशन विद स्ट्रोंग सेंटर टेकन फ्रॉम, कि फैडरेशन विद स्ट्रोंग सेंटर अपना जोड़ा संविधान है। ठीक है जी गल, वो की है ਵੱਖ-ਵੱਖ देशों तो की किया होया जी आपां बोरो किया होया। तो फैडरेशन विद स्ट्रोंग सेंटर आपां कितों लिया जी, तो ये जोड़ा सही आंसर आऊगा जी वो आऊगा कनेडा जी। ठीक है, कनेडा की राजधानी पेपर 'ਚ पुछ लैण तो की है जी, ओटावा। ठीक है जी। तो कनेडा तो आपां कनेडा दे विच ड्यूल सिटीजनशिप है जी, ये भी गल तुसीं याद रखनी है। भारत दे विच सिंगल सिटीजनशिप है, ये भी गल तुसीं याद रखनी है। सिटीजनशिप का जिहड़ा पार्ट है अपने कॉन्स्टिट्यूशन दे विच वो किहड़ा जी, पार्ट नंबर 2 है। ठीक है जी। आर्टिकल कित्थों तो कित्थों तक ने जी, 5 तो लैके 11 तक जिहड़े आर्टिकल ने वो की ने जी अपने सिटीजनशिप दे ने, नागरिकता दे ने। USA तो आपां की लिया जी, प्रैम्बल लिया। ठीक है जी। फंडामेंटल राइट्स लए आ, फंडामेंटल राइट्स नूं आपां होर की कहने जी, मैगना कार्टा भी कह दिंदे आ, मैगना कार्टा। ठीक है जी गल, ये भी तुसीं गल याद रखनी है। तो फंक्शन ऑफ प्रैजीडेंट ये भी आप USA तो लए है। ठीक है जी गल। USA दे विच हुण एट प्रैजेंट जिहड़े USA दे प्रैजीडेंट ने जी वो कौन ने जी, तो वो हैगे ने जी जो बाइडन। ठीक है, ये गल तुसीं याद रखनी है। होर दस दिना मैं तुहानूं, जिवें रशिया तो आपां की लिया जी 5 ईयर प्लैनिंग लई है जी, आपां रशिया तो लई है। ठीक है जी गल। तो फंडामेंटल ड्यूटीज़ भी आपां कितों लईआं जी, रशिया तो लईआं ने। फंडामेंटल ड्यूटीज़ पहलां कितनियां होंदियां सी जी, तो तुसीं कहोगे 10 होंदियां सी, ते बाद चों 11 हो गईयां। ठीक है जी। किहड़ी अमेंडमेंट के तहत 11वीं फंडामेंटल ड्यूटी है जी वो ऐड की गई, 86वीं अमेंडमेंट दे राही की है जी ऐड की गई, जिहड़ी कि 6 तो 14 साल के बच्चों को की है जी एजुकेशन उन्होंने पेरेंट्स या गार्डियन के द्वारा देनी लाजमी है। ठीक है जी। तो दूआ राइट टू एजुकेशन का भी जोड़ा आर्टिकल आ वो 21A दे विच की गल करदा जी, राइट टू एजुकेशन। ठीक है जी। होर सुन लो जी, आयरलैंड तो आपां की लिया जी, DPSP लए ने जी। ठीक है, डायरैक्टिव प्रिंसीपल ऑफ स्टेट पॉलिसी, जिन्होंने आप कहने हैं जी राज के निर्देशिक सिद्धांत। इन्हों का जोड़ा आर्टिकल है जी वो कितों तो कितों तक है जी, 36 तो 51 तक जिहड़ा आर्टिकल है जी किहदा जी, DPSP का। ठीक है जी। आयरलैंड तो आपां होर की लिया जी, इलैक्शन मैथड ऑफ प्रैजीडेंट, इलैक्शन मैथड ऑफ प्रैजीडेंट भी आपां कितों लए जी, आयरलैंड तो लए। ठीक है जी गल। आयरलैंड की जिहड़ी राजधानी है वो किहड़ी है जी, डबलिन है। ठीक है, ये भी गल तुसीं याद रखनी है। USA की किहड़ी है जी, वाशिंगटन है। ठीक है, ये भी गल तुसीं याद रखनी है। तो बस इन्ना याद रख लियो जी। चलते हैं नैक्सट क्वेश्चन वाल।
ਵੈਨ ਵਾਜ਼ ਫਸਟ ਅਮੈਂਡਮੈਂਟ ਟੇਕਸ ਪਲੇਸ, ਪਹਿਲੀ ਅਮੈਂਡਮੈਂਟ ਕਦੋਂ ਹੋਈ? ਤਾਂ ਪੇਪਰ ਦੇ ਵਿੱਚ ਬਹੁਤ ਪੁੱਛਿਆ ਜਾਣ ਵਾਲਾ ਕੁਐਸਚਨ ਹੈ ਜੀ। ਤਾਂ 1951 ਦੇ ਵਿੱਚ ਹੋਈ ਹੈ ਜੀ ਪਹਿਲੀ ਅਮੈਂਡਮੈਂਟ। ਠੀਕ ਹੈ, ਤਾਂ ਤੁਸੀਂ ਹੋਰ ਕੀ ਯਾਦ ਰੱਖ ਸਕਦੇ ਹੋ? ਪਹਿਲੀ ਜਿਹੜੀ ਅਮੈਂਡਮੈਂਟ ਹੋਈ ਹੈ ਉਹ ਕਿਹੜੇ ਸ਼ਡਿਊਲ ਦੇ ਵਿੱਚ ਹੋਈ ਹੈ ਜੀ? 9 ਸ਼ਡਿਊਲ ਦੇ ਵਿੱਚ ਹੋਈ ਹੈ ਜੀ 1951 ਦੇ ਵਿੱਚ। 9 ਸ਼ਡਿਊਲ ਆ ਜਿਹੜਾ ਉਹ ਕਿਹਦੀ ਗੱਲ ਕਰਦਾ ਜੀ? ਲੈਂਡ ਟੈਂਚਰ ਦੀ ਗੱਲ ਕਰਦਾ, ਜਿਹਦੇ ਰਾਹੀਂ ਕੀ ਹੈ ਜੀ ਜ਼ਮੀਨਦਾਰੀ ਮਤਲਬ ਪ੍ਰਥਾ ਸੀਗੀ ਜਾਂ ਸਿਸਟਮ ਸੀਗਾ ਉਹ ਕੀ ਕੀਤਾ ਗਿਆ ਸੀਗਾ? ਖਤਮ ਕੀਤਾ ਗਿਆ ਸੀਗਾ। ਠੀਕ ਹੈ ਜੀ। 10ਵਾਂ ਸ਼ਡਿਊਲ ਆ ਜਿਹੜਾ ਉਹਦੇ ਵਿੱਚ ਕਿਹੜੀ ਸੋਧ ਹੋਈ ਹੈ ਜੀ? ਉਹ ਤੁਸੀਂ ਲਿਖ ਸਕਦੇ ਹੋ। ਤਾਂ ਉਹਦੇ 'ਚ ਹੋਈ ਹੈ ਜੀ 52ਵੀਂ ਸੋਧ 1985। ਠੀਕ ਹੈ, ਇਹ ਯਾਦ ਰੱਖ ਸਕਦੇ ਹੋ। 11ਵਾਂ ਸ਼ਡਿਊਲ ਕਿਹਦੀ ਗੱਲ ਕਰਦਾ ਜੀ? ਪੰਚਾਇਤੀ ਰਾਜ ਦੀ ਗੱਲ ਕਰਦਾ ਹੈ। ਠੀਕ ਹੈ ਜੀ, ਪੰਚਾਇਤੀ ਰਾਜ ਜਿਹੜਾ ਕਿ ਅਮੈਂਡਮੈਂਟ ਕਿਹੜੀ ਦੇ ਤਹਿਤ ਜੀ? 73ਵੀਂ ਸੋਧ 1992। 73ਵੀਂ ਅਤੇ 74ਵੀਂ ਤੁਸੀਂ ਇਕੱਠੀਆਂ ਯਾਦ ਰੱਖਣੀਆਂ। ਤਾਂ 12ਵਾਂ ਸ਼ਡਿਊਲ ਆ ਜਿਹੜਾ ਉਹ ਕਿਹਦੀ ਗੱਲ ਕਰਦਾ ਜੀ? ਮਿਊਨਸੀਪੈਲਿਟੀ ਦੀ ਗੱਲ ਕਰਦਾ ਹੈ। ਠੀਕ ਹੈ, ਤਾਂ ਸੋਧ ਕਿਹੜੀ ਹੋਈ ਹੈ ਜੀ? 74ਵੀਂ ਸੋਧ 1992। ਠੀਕ ਹੈ, ਤਾਂ ਦੋਨੇ ਅਮੈਂਡਮੈਂਟਾਂ ਇਹ 1992 ਦੇ ਵਿੱਚ ਹੋਈਆਂ, 73 ਅਤੇ 74। ਠੀਕ ਹੈ ਜੀ। ਹੋਰ ਤੁਹਾਨੂੰ ਮੈਂ ਦੱਸ ਦਿੰਦਾ, ਪਹਿਲਾ ਪੰਚਾਇਤੀ ਰਾਜ ਪੇਪਰ 'ਚ ਪੁੱਛ ਲੈਣ ਕਿੱਥੇ ਲੱਗਿਆ, ਜਾਂ ਤੁਸੀਂ ਕਹੋਗੇ ਜੀ ਰਾਜਸਥਾਨ ਦੇ ਵਿੱਚ ਲੱਗਿਆ, ਨਗੌਰ ਡਿਸਟ੍ਰਿਕਟ ਦੇ ਵਿੱਚ ਲੱਗਿਆ। ਠੀਕ ਹੈ ਜੀ, 1959 ਦੇ ਵਿੱਚ। ਠੀਕ ਹੈ ਜੀ ਗੱਲ। ਪੰਚਾਇਤੀ ਰਾਜ ਦੇ ਨਾਲ ਸੰਬੰਧਿਤ ਜਿਹੜਾ ਆਰਟੀਕਲ ਆ ਜੀ ਉਹ DPSP ਦੇ ਵਿੱਚ ਆਰਟੀਕਲ 34 ਹੈ ਜਿਹੜਾ ਉਹ 40 ਹੈ ਜਿਹੜਾ ਉਹ ਕਿਹਦੇ ਨਾਲ ਗੱਲ ਕਰਦਾ ਜੀ? ਪੰਚਾਇਤੀ ਰਾਜ ਦੀ ਗੱਲ ਕਰਦਾ ਹੈ। ਠੀਕ ਹੈ ਜੀ, ਅਤੇ ਹੋਰ 29 ਸਬਜੈਕਟਸ ਨੇ ਜੀ ਪੰਚਾਇਤੀ ਰਾਜ ਦੇ ਨਾਲ ਸੰਬੰਧਿਤ। ਠੀਕ ਹੈ, ਅਤੇ ਪੇਪਰ 'ਚ ਇਹ ਪੁੱਛ ਲੈਣ ਪਹਿਲੀ ਮਿਊਨਸੀਪੈਲਿਟੀ ਕਿੱਥੇ ਬਣੀ ਜੀ? ਤਾਂ ਤੁਸੀਂ ਕਹੋਗੇ ਜੀ ਮਦਰਾਸ, ਜਿਹਨੂੰ ਕਿ ਅੱਜ ਕੱਲ੍ਹ ਕੀ ਕਹਿੰਦੇ ਨੇ? ਚੇਨਈ ਕਹਿੰਦੇ ਨੇ। ਠੀਕ ਹੈ ਜੀ ਗੱਲ। ਚਲੋ ਇੰਨੀ ਕੁ ਇਨਫੋਰਮੇਸ਼ਨ ਕਾਫੀ ਹੈ। 1992 ਦੇ ਵਿੱਚ ਕਿਹੜੀ ਅਮੈਂਡਮੈਂਟ ਹੋਈ ਹੈ? ਦੱਸ ਹੀ ਚੁੱਕੇ ਜੀ। 73ਵੀਂ ਅਤੇ 74ਵੀਂ। 73ਵੀਂ ਸੀਗੀ ਜਿਹੜੀ ਇਹ ਪੰਚਾਇਤੀ ਰਾਜ ਨਾਲ ਸੰਬੰਧਿਤ ਹੈ ਜੀ। 74ਵੀਂ ਹੈ ਜਿਹੜੀ ਉਹ ਕਿਹਦੇ ਨਾਲ ਸੰਬੰਧਿਤ ਹੈ? ਮਿਊਨਸੀਪੈਲਿਟੀ ਦੇ ਨਾਲ ਆ ਜਿਹੜੀ ਉਹ ਸੰਬੰਧਿਤ ਹੈ। ਠੀਕ ਹੈ ਜੀ ਗੱਲ। ਤਾਂ ਇੰਨੀ ਕੁ ਇਨਫੋਰਮੇਸ਼ਨ ਯਾਦ ਰੱਖਿਓ। ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਵਟ ਇਜ਼ ਯੂਅਰ ਅਥੋਰਿਟੀ ਰਿਪਰਜੈਂਟ ਵਿਚ ਰਿਟ? ਦੇਖੋ ਜੀ, ਪਹਿਲਾਂ ਮੈਂ ਤੁਹਾਨੂੰ ਥੋੜ੍ਹੀ ਜਿਹੀ ਗੱਲ ਦੱਸ ਦਿੰਦਾ ਵੀ ਟੋਟਲ ਜਿਹੜੀਆਂ 5 ਰਿਟਾਂ ਨੇ ਜੀ। ਠੀਕ ਹੈ, ਤਾਂ ਇਹ ਪੁੱਛਿਆ ਹੋਇਆ ਜੀ ਵਟ ਇਜ਼ ਯੂਅਰ ਅਥੋਰਿਟੀ, ਕਿਹੜੀ ਮਤਲਬ ਰਿਟ ਦੇ ਵਿੱਚ ਇਹ ਦੱਸਿਆ ਗਿਆ ਵਟ ਇਜ਼ ਯੂਅਰ ਅਥੋਰਿਟੀ। ਠੀਕ ਹੈ ਜੀ, ਤਾਂ ਇਹਦਾ ਜਿਹੜਾ ਸਹੀ ਜਵਾਬ ਹੈ ਪਹਿਲਾਂ ਆਪਾਂ ਉਹ ਲੈ ਲੈਂਦੇ ਹਾਂ। ਕਿਉ ਬਰਾਂਟੋ ਹੈ ਜਿਹੜਾ ਉਹਦੇ ਵਿੱਚ ਦੱਸਿਆ ਹੋਇਆ ਜੀ ਵਟ ਇਜ਼ ਯੂਅਰ ਅਥੋਰਿਟੀ। ਠੀਕ ਹੈ, ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਹੈਬਸ ਕਾਰਪਸ ਦਾ ਕੀ ਮਤਲਬ ਹੈ ਜੀ? ਯੂ, ਦੇਖੋ ਮੈਂ ਸਾਫ਼ ਲਿਖਦਾ ਇਸ ਤੋਂ ਬਾਅਦ। ਦੇਖੋ ਹੈਬਸ ਕਾਰਪਸ ਦਾ ਕੀ ਮਤਲਬ ਹੈ ਜੀ? ਯੂ ਮੇ ਹੈਵ ਦਾ ਬੋਡੀ। ਪੇਪਰ ਸਿੱਧਾ ਡਾਇਰੈਕਟ ਪੁੱਛ ਲਿਆ ਜਾਂਦਾ ਯੂ ਮੇ ਹੈਵ ਦਾ ਬੋਡੀ। ਮੈਂਡਾਮਸ ਦਾ ਕੀ ਮਤਲਬ ਹੈ ਜੀ? ਟੂ ਕਮਾਂਡ। ਠੀਕ ਹੈ ਜੀ। ਪ੍ਰੋਹੀਬਿਸ਼ਨ ਦਾ ਮਤਲਬ ਕੀ ਹੈ ਜੀ? ਟੂ ਐਕਟ ਆਫ ਸਟੋਪ ਸਮਥਿੰਗ। ਠੀਕ ਹੈ ਜੀ ਗੱਲ। ਕਿਉ ਬਰਾਂਟ ਦਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਜੀ ਵਟ ਇਜ਼ ਯੂਅਰ ਅਥੋਰਿਟੀ। ਠੀਕ ਹੈ ਜੀ ਗੱਲ। ਤਾਂ ਇੱਕ ਰਿਟ ਰਹਿ ਗਈ ਜੀ ਆਪਣੀ ਕਿਹੜੀ? ਸੈਰੇਟਰੀ। ਠੀਕ ਹੈ ਜੀ, ਤਾਂ ਤੁਹਾਨੂੰ ਦੱਸਿਆ ਮੈਂ ਜੀ 5 ਰਿਟਾਂ ਨੇ ਜਿਹੜੀਆਂ ਕਿ ਆਪਾਂ ਕਿਤੋਂ ਲਈਆਂ ਜੀ? UK ਤੋਂ ਲਈਆਂ ਨੇ। ਤਾਂ ਸੈਰੇਟਰੀ ਦਾ ਕੀ ਮਤਲਬ ਹੈ ਜੀ? ਟੂ ਬੀ ਸਰਟੀਫਾਈਡ। ਠੀਕ ਹੈ, ਇੰਨੀ ਕੁ ਗੱਲ ਤੁਸੀਂ ਯਾਦ ਰੱਖਣੀ ਹੈ। ਠੀਕ ਹੈ ਜੀ, ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਫੰਡਾਮੈਂਟਲ ਡਿਊਟੀ? PPSC ਜਦੋਂ ਵੀ ਪੇਪਰ ਪਾਉਂਦਾ ਤਾਂ ਪੱਕੀ ਗੱਲ ਹੈ ਵੀ ਇਹ ਕੁਐਸਚਨ ਹੈ ਜਿਹੜਾ ਪਾਉਂਦਾ ਹੀ ਪਾਉਂਦਾ ਜੀ। ਠੀਕ ਹੈ, ਤਾਂ ਮੈਂ 2 ਵਾਰ ਕੁਐਸਚਨ ਇਹ ਦੇਖ ਚੁੱਕਿਆ ਜੀ। ਠੀਕ ਹੈ, ਇਹਨਾਂ ਵਿੱਚ ਦੱਸੋ ਕਹਿੰਦੇ ਕਿਹੜੀ ਫੰਡਾਮੈਂਟਲ ਡਿਊਟੀ ਜਿਹੜੀ ਨਹੀਂ ਹੈਗੀ? ਟੂ ਸਟਰਾਈਵ ਟੂਵਰਡਸ ਐਕਸੀਲੈਂਸ ਇਨ ਆਲ ਸਫੀਅਰਸ ਆਫ ਇੰਡੀਵਿਜੂਅਲ ਐਂਡ ਕਲੈਕਟਿਵ ਐਕਟੀਵਿਟੀ। ਠੀਕ ਹੈ ਜੀ, ਇਹ ਹੈਗੀ ਹੈ ਫੰਡਾਮੈਂਟਲ ਡਿਊਟੀ। ਟੂ ਪ੍ਰੋਟੈਕਟ ਐਂਡ ਇੰਪਰੂਵ ਦਾ ਨੈਚੁਰਲ ਇਨਵਾਇਰਮੈਂਟ, ਬਿਲਕੁਲ ਜੀ ਇਹ ਵੀ ਆਪਣੀ ਕੀ ਹੈ ਜੀ? ਫੰਡਾਮੈਂਟਲ ਡਿਊਟੀ ਹੈ। ਟੂ ਸੇਫ ਗਾਰਡ ਪਬਲਿਕ ਪ੍ਰੋਪਰਟੀ, ਬਿਲਕੁਲ ਜੀ ਇਹ ਵੀ ਆਪਣੀ ਫੰਡਾਮੈਂਟਲ ਡਿਊਟੀ ਹੈ, ਮੌਲਿਕ ਕਰਤੱਵ ਹੈ। ਠੀਕ ਹੈ ਜੀ। ਸੈਪਰੇਸ਼ਨ ਆਫ ਜੁਡੀਸ਼ਰੀ ਫਰੋਮ ਐਗਜ਼ੀਕਿਊਟਿਵ, ਇਹ ਆਪਣੀ ਕੀ ਹੈ ਜੀ? ਫੰਡਾਮੈਂਟਲ ਡਿਊਟੀ ਨਹੀਂ ਹੈਗੀ, ਇਹ ਆਪਣੇ DPSP ਦੇ ਵਿੱਚ ਆਉਂਦਾ ਹੈ ਜੀ। ਆਰਟੀਕਲ ਕਿਹੜਾ ਜੀ? ਆਰਟੀਕਲ 50 ਕਿਹਦੀ ਗੱਲ ਕਰਦਾ ਜੀ? ਜੁਡੀਸ਼ਰੀ ਨੂੰ ਐਗਜ਼ੀਕਿਊਟਿਵ ਦੇ ਨਾਲੋਂ ਕੀ ਹੈ ਜੀ? ਵੱਖ ਰੱਖਿਆ ਜਾਊਗਾ। ਠੀਕ ਹੈ ਜੀ, ਮੈਂ ਤੁਹਾਨੂੰ ਇਹਦੇ ਨਾਲ ਮਿਲਦੀ ਜੁਲਦੀ ਇਨਫੋਰਮੇਸ਼ਨ ਹੋਰ ਦੱਸ ਦਿੰਦਾ। ਟੋਟਲ ਪੇਪਰ 'ਚ ਪੁੱਛ ਲੈਣਾ ਐਟ ਪ੍ਰੈਜ਼ੈਂਟ ਕਿੰਨੀਆਂ ਫੰਡਾਮੈਂਟਲ ਡਿਊਟੀਜ਼ ਨੇ? ਤਾਂ ਤੁਸੀਂ ਕਹੋਗੇ ਜੀ 11 ਫੰਡਾਮੈਂਟਲ ਡਿਊਟੀਜ਼ ਨੇ। ਪਹਿਲਾਂ ਕਿੰਨੀਆਂ ਹੁੰਦੀਆਂ ਸੀ ਜੀ? ਤਾਂ 10 ਹੁੰਦੀਆਂ ਸੀ। ਠੀਕ ਹੈ, 10 ਤੋਂ 11 ਜਿਹੜਾ ਹੋਇਆ ਜੀ ਉਹ 86ਵੀਂ ਸੋਧ ਦੇ ਰਾਹੀਂ ਹੋਈ ਹੈ ਜੀ, ਜਿਹਦੇ ਵਿੱਚ ਕੀ ਹੈ ਜੀ? ਐਜੂਕੇਸ਼ਨ ਹੈ ਜਿਹੜੀ ਉਹ 6 ਤੋਂ 14 ਸਾਲ ਦੇ ਬੱਚਿਆਂ ਨੂੰ ਹੈ ਕਿ ਜੀ ਉਹਦੇ ਪੇਰੈਂਟਸ ਆ ਜਿਹੜੇ ਉਹ ਦੇਣਗੇ, ਲਾਜ਼ਮੀ ਹੋਊਗਾ। ਠੀਕ ਹੈ ਜੀ ਗੱਲ। ਅਤੇ ਹੋਰ ਆਪਾਂ ਫੰਡਾਮੈਂਟਲ ਡਿਊਟੀਜ਼ ਆਪਾਂ ਲਈਆਂ ਕਿਤੋਂ ਨੇ ਜੀ? ਰਸ਼ੀਆ ਤੋਂ ਲਈਆਂ ਨੇ। ਰਸ਼ੀਆ ਦੀ ਕੈਪੀਟਲ ਕੀ ਹੈ ਜੀ? ਮਾਸਕੋ ਹੈ। ਠੀਕ ਹੈ ਜੀ। ਰਸ਼ੀਆ ਦੇ ਪ੍ਰੈਜ਼ੀਡੈਂਟ ਕੌਣ ਹੈ ਜੀ? ਵਲਾਦੀਮੀਰ ਪੁਤਿਨ ਹੈ ਜੀ। ਠੀਕ ਹੈ ਜੀ ਗੱਲ। ਅਤੇ ਹੋਰ ਮੈਂ ਤੁਹਾਨੂੰ ਕੀ ਦੱਸ ਸਕਦਾ,
बस इन्नी कुछ इन्फॉर्मेशन याद रख लिओ। होर जिवें आपां फंडामेंटल राइट की गल कर लीए तो फंडामेंटल राइट किहड़े भाग दे विच ने जी, पार्ट 3 दे विच है जी। 12 तो लैके 35 तक साडे की ने जी फंडामेंटल राइट ने जिहड़े ओह वेरी करदे आ। ਪਹਿਲਾਂ किन्ने हुंदे सी फंडामेंटल राइट? 7 हुंदे सी। एट प्रैजेंट किन्ने ने जी? 6 ने। तो 7 तो 6 होया जां किहड़ा फंडामेंटल राइट है जिहड़ा ਉਹਨੂੰ फंडामेंटल राइट ਦੇ ਵਿੱਚੋਂ ਕੱਢ ਕੇ ਕੀ ਕੀਤਾ ਗਿਆ ਜੀ, ਲੀਗਲ ਰਾਈਟ ਦੇ ਵਿੱਚ ਬਣਾਇਆ ਗਿਆ। ਤਾਂ ਉਹ ਰਾਈਟ टू प्रॉपर्टी, ठीक है, जिहड़ा आर्टिकल की है जी, आर्टिकल 31 है, ठीक है। ये गल तुसीं याद रखनी है। किहड़ी सोध के राही जुड़िया होया जी? 44ਵੀਂ सोध 1978। 4 ते 4 8 पिछे 8, ठीक है। तो ईयर जिन्हों के याद नहीं होंदा तां ट्रिक बना सकते हो, ठीक है जी। गल तो 44ਵੀਂ सोध वेले पेपर च पुछ लेना अपने जिहड़े प्राइम मिनिस्टर इंडिया के कौन सी? मोरारजी देसाई। इन्हों ईजी ना लिओ, पेपर के ट्रिकी क्वेश्चन बहुत आते हैं, ठीक है जी। आपां उत्थे उलझे इन्ने रहने हैं, ठीक है। होर सुन लो जी, पार्ट 4 है जिहड़ा वो अपना किहदी गल करदा जी? DPSP की गल करदा है, जिहड़े कि आपां कितों लए ने जी? आयरलैंड तो लए ने। आयरलैंड ने गाहां कितों लए ने जी? आयरलैंड ने स्पेन तो लए ने। स्पेन की कैपीटल की है जी? पेपर पुछ लैणगे, मैड्रिड है, ठीक है जी। गल तो इन्नी कि इन्फॉर्मेशन याद रखियो। विच ऑफ द फॉलोइंग इज नॉट पैरडनिंग पावर ऑफ प्रेजिडेंट? एक राष्ट्रपति दीयां शक्तियां होंदियां ने जी, मतलब सज़ा वगैरह माफ़ करन दियां, ठीक है जी। गल तो वह क्वेश्चन बनाया है जिन्हें, तो किहड़ी जिहड़ी राष्ट्रपति की एक मतलब पैरडनिंग पावर नहीं हैगी? तो रिप्राइव बिल्कुल हैगी है जी, पैरडन पावर बिल्कुल हैगी है जी, कम्यूटेशन पावर बिल्कुल हैगी है जी। तो पॉकेट है जिहड़ी ये की है जी? नहीं हैगी, ठीक है। पॉकेट राष्ट्रपति की वीटो होंदी है जी, एक पावर होंदी है, शक्ति होंदी है, बिल नूं आपदी मतलब पॉकेट दे विच पा के लै जांदा है, ठीक है। तो जिहड़ा सही जवाब आऊगा वो पैरडनिंग पावर प्रेजिडेंट की किहड़ी नहीं हैगी? पॉकेट जिहड़ी हैगी आ वो नहीं हैगी, ठीक है जी। गल कम्यूटेशन मैं तुहानूं थोड़ा जिहा समझा दिंदा। जिवें आपां कह दईए किसी बंदे नूं 20 साल की मतलब की है जी, मतलब फांसी की सज़ा हुई है मान लो, ठीक है जी। गल तो वो सबसटीट्यूट मतलब सबसटीट्यूशन दे विच की है जी, उन्होंने सज़ा फांसी की सज़ा तो चेंज करके किहड़े च करती जी? तो मतलब उन्होंने 20 साल दे विच जां उम्र कैद दे विच तब्दील कर सकदा। तो यही पावर है जिहड़ी वो मतलब आ जाती है, ठीक है। प्रेजिडेंट के नाल संबंधित तुहानूं मैं इन्फॉर्मेशन दस सकदा जी। 52 नंबर आर्टिकल, 54 नंबर आर्टिकल, 58 नंबर आर्टिकल तो 61 नंबर आर्टिकल। 52 की गल करदा जी? देयर शैल बी प्रेजिडेंट ऑफ इंडिया। 54 की गल करदा जी? इलैक्शन की। 58 की गल करदा जी? क्वालीफिकेशन की। 61 की गल करदा जी? इंपीचमेंट की। 61 नंबर आर्टिकल है जिहड़ा सीधा सीधा पेपर के पूछा जाता है कि इंपीचमेंट ऑफ प्रेजिडेंट किहड़े आर्टिकल के दस्सिया होया? तो तुसीं कहोगे जी आर्टिकल 61 दे विच दस्सिया होया। राष्ट्रपति बनने के लिए मिनीमम एज जिहड़ी चाहिदी है वो कितनी चाहिदी है जी? 35 साल चाहिए है। तो यही सेम एज चाहिए है वाइस प्रेजिडेंट वास्ते, 35 साल। मैक्सीमम एज पुछ लैण तां नॉट प्रिस्क्राइब्ड है, ठीक है जी। गल ये गल तुसीं याद रखोगे। होर तुहानूं मैं दस दिना प्रेजिडेंट बनने के लिए की है जी? लोक सभा का मैंबर होना लाजमी है, ठीक है। तो प्रेजिडेंट नूं बनने के लिए की है जी? RBI नूं की है जी? 15,000 रुपया की है सिक्योरिटी डिपॉजिट करनी पैंदी है। राष्ट्रपति की है जी? फस्ट सिटीजन ऑफ इंडिया हुंदा जी, ठीक है। पेपर च पुछ लैण फस्ट सिटीजन ऑफ इंडिया कौन हुंदा जी? तो प्रेजिडेंट हुंदे ने अपने। पहले प्रेजिडेंट कौन सीगे जी? राजेंद्र प्रसाद सीगे, जिहड़े कि परमानेंट प्रेजिडेंट सीगे कॉन्स्टीट्यूएंट असैंबली दे। ये भी गल तुसीं याद रखनी है। जिन्नी कि रिलेट कर सकते हो गल तुसीं उन्नी क वधिया रहोगे जी, ठीक है। क्योंकि रिवीजन होंदी रहिंदी है, जिन्ना चिर रिवीजन है उन्ना चिर ही टैसट तुसीं क्रैक कर पाओगे। जेकर तुसीं रिवीजन नहीं करते, नवां पढ़ी जांदे हो, पुराना भुल्ली जांदे हो, तो उहदे नाल कोई फायदा नहीं होने वाला, ठीक है जी। गल तो होर तुहानूं दस दिना जी राष्ट्रपति नाल संबंधित भारत के जिहड़े पहले मुस्लिम प्रेजिडेंट सी कौन सी? जाकिर हुसैन सीगे। शॉर्टेस्ट टन्योर भी जाकिर हुसैन जी का सीगा। ते डाइड इन ऑफिस के दौरान की है जी? कार्यकाल के दौरान इन्हों की जाकिर हुसैन जी की डैथ हो गई सी। एक्टिंग प्रेजिडेंट पुछ लैण तो कौन सीगे जी? BV गिरी, ठीक है जी। गल तो एक गल होर दस दिना मैं तुहानूं कि जेकर अपने राष्ट्रपति नहीं है तो राष्ट्रपति कौन बन सकते हैं जी? तो वाइस प्रेजिडेंट बन गए, ठीक है जी। वाइस प्रेजिडेंट भी नहीं है तो कौन बन गए? चीफ जस्टिस ऑफ इंडिया। पिछली बार PPSC के क्वेश्चन है जो पुट किया होया सी, तो ध्यान रखियो, ईजी ना लिओ। तो होर दस दिना तुहानूं मैं जिवें कि राष्ट्रपति की जी चोन है वो 6 मंथ के अंदर अंदर जी करानी वो लाजमी है। राष्ट्रपति होंगे ने जोड़े अपने प्रेजिडेंट होंगे ने जी, ठीक है, वो की करते हैं? सम्मन करते हैं किनू? जॉइंट सिटिंग नूं, जॉइंट सैशन ऑफ पार्लीमेंट, ठीक है जी। तो 3 सैशन होंगे ने जी, किहड़े? समर सैशन,
ठीक है, ਮੌਨਸੂਨ ਸੈਸ਼ਨ ਤੇ ਵਿੰਟਰ ਸੈਸ਼ਨ। ਇਹ ਵੀ ਗੱਲ ਤੁਸੀਂ ਯਾਦ ਰੱਖਣੀ ਹੈ। ਕਿਸੇ ਵੀ ਦੋ ਸਦਨਾਂ ਦੇ ਵਿਚਕਾਰ ਮਤਲਬ ਦੋ ਜੁਆਇੰਟ ਸਿਟਿੰਗਸ ਦੇ ਵਿਚਕਾਰ ਜਿਹੜਾ ਸਮਾਂ ਉਹ 6 ਮਹੀਨੇ ਤੋਂ ਵੱਧ ਦਾ ਨਹੀਂ ਹੋਣਾ ਚਾਹੀਦਾ। ਇਹ ਵੀ ਪੇਪਰ ਦੇ ਵਿੱਚ ਬਹੁਤ ਪੁੱਛਿਆ ਜਾਂਦਾ ਹੈ। ਰਾਸ਼ਟਰਪਤੀ ਹੈ ਜਿਹੜੇ ਉਹ ਕੀ ਹੈ ਜੀ, ਪਹਿਲਾਂ 14 ਜਿਹੜੇ ਮਤਲਬ ਟੋਟਲ ਪਾਰਲੀਮੈਂਟ ਦੇ ਵਿੱਚ ਮੈਂਬਰਸ ਸੀਗੇ ਜਿਹੜੇ ਉਹ ਨੋਮੀਨੇਟ ਕਰਦੇ ਸੀਗੇ। ਕਿਵੇਂ ਸੀਗੇ ਜੀ, ਉਹ ਪਹਿਲਾਂ 12 ਜਿਹੜੇ ਸੀਗੇ ਉਹ ਕਿੱਥੋਂ ਕਰਦੇ ਸੀ, ਰਾਜ ਸਭਾ ਤੋਂ। ਠੀਕ ਹੈ, 2 ਸੀਗੇ ਜਿਹੜੇ ਉਹ ਕਿੱਥੋਂ ਕਰਦੇ ਸੀ, ਲੋਕ ਸਭਾ ਤੋਂ। ਠੀਕ ਹੈ ਜੀ, ਹੋਰ ਦੱਸ ਦੇਣਾ ਹੁਣ। ਪਰ ਹੁਣ ਕੀ ਹੋਇਆ ਜੀ, ਜਿਹੜੇ ਲੋਕ ਸਭਾ ਵਾਲੇ ਨੇ ਇਹ ਕੀ ਕਰ ਦਿੱਤੇ ਗਏ ਨੇ, ਚੇਂਜ ਕਰ ਦਿੱਤੇ ਗਏ ਨੇ ਜੀ, ਅਮੈਂਡਮੈਂਟ ਹੋ ਗਈ। ਤਾਂ ਹੁਣ ਸਿਰਫ ਅਤੇ ਸਿਰਫ ਰਾਜ ਸਭਾ ਦੇ ਵਿੱਚ ਕਰਦੇ ਨੇ। ਤਾਂ ਕਿੱਥੋਂ ਕਰਦੇ ਨੇ, ਕਿਹੜੇ ਫੀਲਡ ਤੋਂ ਕਰਦੇ ਨੇ, ਤਾਂ ਤੁਸੀਂ ਯਾਦ ਰੱਖਣਾ ਹੈ ਜੀ ਕਲਾਸ। ਇੱਕ ਟ੍ਰਿਕ ਬਣਾ ਲਓ, ਕਲਾਸ। ਠੀਕ ਹੈ ਜੀ, ਸੀ ਛੱਡ ਦਿਓ। ਤਾਂ ਕਿਹੜੇ ਲਿਟਰੇਚਰ ਤੋਂ, ਆਰਟਸ ਤੋਂ, ਠੀਕ ਹੈ, ਸੋਸ਼ਲ ਸਰਵਿਸ ਤੋਂ ਅਤੇ ਸਾਇੰਸ ਤੋਂ। ਠੀਕ ਹੈ ਜੀ ਗੱਲ, ਤਾਂ ਇੱਥੋਂ ਨੋਮੀਨੇਟ ਹੋ ਜਾਂਦੇ ਨੇ। ਠੀਕ ਹੈ ਜੀ ਗੱਲ, ਤਾਂ ਯਾਦ ਰੱਖਿਓ। ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਇਨ ਸਟੇਟ ਕਾਊਂਸਿਲ ਆਫ ਮਿਨਿਸਟਰਸ ਆਰ ਕਲੈਕਟਿਵਲੀ ਰਿਸਪੋਂਸੀਬਲ ਟੂ। ਦੇਖੋ ਜੀ, ਇਹ ਕੁਐਸਚਨ ਮੈਂ ਤੁਹਾਨੂੰ ਪਹਿਲਾਂ ਵੀ ਪੁੱਛ ਚੁੱਕਿਆ। ਤਾਂ ਹੁਣ ਸਟੇਟ ਦੀ ਗੱਲ ਹੋਈ ਹੈ, ਰਾਜ ਦੇ ਵਿੱਚ ਕਾਊਂਸਿਲ ਆਫ ਮਿਨਿਸਟਰ ਹੈ ਜਿਹੜੇ ਕਲੈਕਟਿਵਲੀ ਇਕੱਠੇ ਕਿਹਨੂੰ ਰਿਸਪੋਂਸੀਬਲ ਹੋਣਗੇ, ਤਾਂ ਉਹ ਕਿਹਨੂੰ ਹੋਣਗੇ ਜੀ, ਲੈਜਿਸਲੇਟਿਵ ਅਸੈਂਬਲੀ ਨੂੰ ਹੋਣਗੇ। ਤਾਂ ਇਹਦਾ ਸੀ ਆਪਸ਼ਨ ਹੈ ਜਿਹੜਾ ਉਹ ਸਹੀ ਆਨਸਰ ਹੈ। ਠੀਕ ਹੈ, ਹੋਰ ਤੁਹਾਨੂੰ ਮੈਂ ਦੱਸ ਦਿੰਦਾ, ਜੇ ਇੰਡੀਵਿਜੂਅਲੀ ਪੁੱਛੇ ਤਾਂ ਇੰਡੀਵਿਜੂਅਲੀ ਕਿਹਨੂੰ ਰਿਪਰੈਜ਼ੈਂਟੇਟਿਵ ਹੋਣਗੇ ਉਹ, ਤਾਂ ਇੰਡੀਵਿਜੂਅਲੀ ਹੋਣਗੇ ਗਵਰਨਰ ਨੂੰ। ਠੀਕ ਹੈ ਜੀ ਗੱਲ, ਸਟੇਟ ਦੀ ਗੱਲ ਕਰ ਰਹੇ ਹਾਂ। ਜੇ ਸੈਂਟਰ ਦੀ ਗੱਲ ਕਰੂਗਾ ਤਾਂ ਲੋਕ ਸਭਾ ਨੂੰ ਹੋਊਗਾ ਕਲੈਕਟਿਵਲੀ। ਠੀਕ ਹੈ, ਅਤੇ ਜੇ ਇੰਡੀਵਿਜੂਅਲੀ ਪੁੱਛ ਲੈਣ ਤਾਂ ਕਿਹਨੂੰ ਰਿਸਪੋਂਸੀਬਲ ਹੋਣਗੇ, ਤਾਂ ਪ੍ਰੈਜ਼ੀਡੈਂਟ ਨੂੰ ਰਿਸਪੋਂਸੀਬਲ ਹੋਣਗੇ। ਠੀਕ ਹੈ ਜੀ ਗੱਲ। ਲੈਜਿਸਲੇਟਿਵ ਕੌਂਸਲ ਦੀ ਮੈਂ ਜੇ ਗੱਲ ਕਰਾਂ ਤਾਂ 1/, ਇਹਦੇ ਜਿਹੜੇ ਮਤਲਬ ਕੀ ਹੈ, ਵਿਧਾਨ ਪ੍ਰੀਸ਼ਦ ਕਹਿੰਦੇ ਪੰਜਾਬੀ ਦੇ ਵਿੱਚ। ਕਿ ਪੇਪਰ 'ਚ ਤੁਹਾਨੂੰ ਕੁਐਸਚਨ ਪੁੱਛ ਲੈਣਗੇ, ਲੈਜਿਸਲੇਟਿਵ ਕੌਂਸਲ ਹੈ ਜਿਹੜੀ ਉਹ ਮੈਕਸੀਮਮ ਮੈਂਬਰਸ ਕਿੰਨੇ ਹੋ ਸਕਦੇ ਆ, ਤਾਂ ਉਦੋਂ 1/3 ਹੁੰਦੇ ਨੇ। ਕਿਹਦਾ ਜੀ, ਲੈਜਿਸਲੇਟਿਵ ਅਸੈਂਬਲੀ ਦਾ। ਮੈਕਸੀਮਮ ਮੈਂਬਰਸ ਆਫ ਲੈਜਿਸਲੇਟਿਵ ਕੌਂਸਲ ਇਜ਼ 1/3 ਆਫ ਲੈਜਿਸਲੇਟਿਵ ਅਸੈਂਬਲੀ। ਵਿਧਾਨ ਸਭਾ ਦਾ 1/3 ਹਿੱਸਾ। ਠੀਕ ਹੈ ਜੀ ਗੱਲ। ਤਾਂ ਲੈਜਿਸਲੇਟਿਵ ਜਿਹੜੀ ਕੌਂਸਲ ਹੈ ਉਹ ਆਪਣੀ ਪਹਿਲਾਂ ਕਿੰਨੀਆਂ ਸਟੇਟਾਂ 'ਚ ਸੀਗੀ, 7 'ਚ ਸੀਗੀ। ਹੁਣ ਕਿੰਨੀਆਂ 'ਚ ਰਹਿ ਗਈ, 6 'ਚ ਰਹਿ ਗਈ। ਠੀਕ ਹੈ ਜੀ, ਕਿਵੇਂ ਦੇਖੋ ਕਿਹੜੇ ਸੀਗੇ ਜੀ, ਪਹਿਲਾਂ ਜੰਮੂ ਕਸ਼ਮੀਰ ਤਾਂ ਕਿਉਂਕਿ ਹੁਣ ਕੀ ਹੈ ਜੀ ਯੂਟੀ ਬਣਾ ਦਿੱਤਾ ਗਿਆ। ਤਾਂ ਠੀਕ ਹੈ, ਪਹਿਲਾਂ ਜੰਮੂ ਕਸ਼ਮੀਰ ਵੀ ਆਉਂਦਾ ਸੀ, ਪਰ ਆਪਾਂ ਹੁਣ ਜੰਮੂ ਕਸ਼ਮੀਰ ਨਹੀਂ ਪੜ੍ਹਾਂਗੇ, ਆਪਾਂ ਹੁਣ ਕਰੰਟ ਦੀ ਇਨਫੋਰਮੇਸ਼ਨ ਹੀ ਪੜ੍ਹਾਂਗੇ। ਮਹਾਰਾਸ਼ਟਰ ਦੇ ਵਿੱਚ ਲੈਜਿਸਲੇਟਿਵ ਕੌਂਸਲ ਹੈਗੀ ਹੈ, ਕਰਨਾਟਕ ਦੇ ਵਿੱਚ ਲੈਜਿਸਲੇਟਿਵ ਕੌਂਸਲ ਹੈਗੀ ਹੈ, ਆਂਧਰਾ ਪ੍ਰਦੇਸ਼ ਦੇ ਵਿੱਚ ਲੈਜਿਸਲੇਟਿਵ ਕੌਂਸਲ ਹੈਗੀ ਹੈ, ਤੇਲੰਗਾਨਾ ਦੇ ਵਿੱਚ ਲੈਜਿਸਲੇਟਿਵ ਕੌਂਸਲ ਹੈਗੀ ਹੈ, ਯੂਪੀ ਦੇ ਵਿੱਚ ਲੈਜਿਸਲੇਟਿਵ ਕੌਂਸਲ ਹੈਗੀ ਹੈ, ਅਤੇ ਬਿਹਾਰ ਦੇ ਵਿੱਚ ਹੈ ਜਿਹੜੀ ਉਹ ਲੈਜਿਸਲੇਟਿਵ ਕੌਂਸਲ ਹੈਗੀ ਹੈ। ਤਾਂ ਇੰਨੀ ਕੁ ਇਨਫੋਰਮੇਸ਼ਨ ਤੁਸੀਂ ਯਾਦ ਰੱਖੋਗੇ। ਹੋਰ ਦੱਸ ਦੇਣਾ ਤੁਹਾਨੂੰ ਮੈਂ। ਦੇਖੋ ਜੀ, ਇੱਕ ਗੱਲ ਮੈਨੂੰ ਹੋਰ ਯਾਦ ਆ ਗਈ, ਪੇਪਰ ਦੇ ਵਿੱਚ ਹਰ ਇੱਕ ਪੇਪਰ ਦੇ ਵਿੱਚ ਜੀਓਗ੍ਰਾਫੀ ਦਾ ਇਹ ਕੁਐਸਚਨ ਪੱਕਾ ਦੇਖੋਗੇ ਤੁਸੀਂ। ਮੈਨੂੰ ਯਾਦ ਆ ਗਿਆ ਕਿਉਂਕਿ ਮੈਂ ਅਗਲੀਆਂ ਵੀਡੀਓਜ਼ ਦੇ ਵਿੱਚ ਵੀ ਕਰਵਾਊਂਗਾ ਕਿ ਟ੍ਰੋਪਿਕ ਆਫ ਕੈਂਸਰ ਹੈ ਜਿਹੜੀ ਉਹ ਆਪਣੀ ਭਾਰਤ ਦੀਆਂ ਕਿੰਨੀਆਂ ਸਟੇਟਾਂ 'ਚੋਂ ਲੰਘਦੀ ਹੈ, ਤਾਂ ਤੁਸੀਂ ਕਹੋਗੇ ਜੀ 8 ਸਟੇਟਾਂ 'ਚੋਂ ਲੰਘਦੀ ਹੈ। ਤਾਂ ਸਿੱਧੇ ਤੁਸੀਂ ਮਤਲਬ ਆਰਡਰ ਦੇ ਵਾਈਜ਼ ਯਾਦ ਰੱਖਣੇ ਆ। ਸਾਰਿਆਂ ਨਾਲੋਂ ਪਹਿਲਾਂ ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਪੱਛਮੀ ਬੰਗਾਲ, ਠੀਕ ਹੈ ਜੀ, ਤ੍ਰਿਪੁਰਾ ਅਤੇ ਮਿਜ਼ੋਰਮ। ਠੀਕ ਹੈ, ਇਹ ਗੱਲ ਤੁਸੀਂ ਯਾਦ ਰੱਖਣੀ ਹੈ। 8 ਸਟੇਟਾਂ ਦੇ ਵਿੱਚ ਜਿਹੜੀ ਆਪਣੀ ਟ੍ਰੋਪਿਕ ਆਫ ਕੈਂਸਰ ਹੈ ਜਿਹੜੀ ਉਹ ਲੰਘਦੀ ਹੈ। ਠੀਕ ਹੈ ਜੀ, ਅਤੇ ਜੇ ਪੇਪਰ 'ਚ ਪੁੱਛ ਲੈਣ ਕਿਹੜੀਆਂ ਕੰਟਰੀ 'ਚੋਂ ਲੰਘਦੀ ਹੈ, ਠੀਕ ਹੈ ਜੀ ਗੱਲ, ਤਾਂ ਤੁਸੀਂ ਯਾਦ ਰੱਖਣਾ ਹੈ ਜੀ ਕਿਹੜੀਆਂ ਕੰਟਰੀਆਂ 'ਚੋਂ ਲੰਘਦੀ ਹੈ। ਮੈਂ ਤੁਹਾਨੂੰ ਉਹ ਵੀ ਦੱਸ ਦਿੰਦਾ। ਤਾਂ ਇਹ ਪੁੱਛ ਲੈਂਦਾ ਪੇਪਰ ਦੇ ਵਿੱਚ ਉਹ ਕਿ ਕਿਹੜੀ 'ਚੋਂ ਨਹੀਂ ਲੰਘਦੀ, ਤਾਂ ਬੱਚੇ ਉੱਥੇ ਕਨਫਿਊਜ਼ ਹੋ ਜਾਂਦੇ ਨੇ। ਤਾਂ ਤੁਸੀਂ ਕਿਹੜਾ ਯਾਦ ਰੱਖਣਾ ਜੀ, ਇੰਡੀਆ 'ਚੋਂ ਲੰਘਦੀ ਹੈ, ਬਿਲਕੁਲ ਲੰਘਦੀ ਹੈ। ਬੰਗਲਾਦੇਸ਼ 'ਚੋਂ ਲੰਘਦੀ ਹੈ ਜੀ, ਠੀਕ ਹੈ ਜੀ, ਮਿਆਂਮਾਰ 'ਚੋਂ ਲੰਘਦੀ ਹੈ ਜੀ, ਓਮਾਨ 'ਚੋਂ ਲੰਘਦੀ ਹੈ ਜੀ, ਠੀਕ ਹੈ, ਅਤੇ ਚਾਈਨਾ 'ਚੋਂ ਲੰਘਦੀ ਹੈ ਜੀ, ਅਤੇ ਹੋਰ ਕਿਹੜੇ 'ਚੋਂ ਜੀ, ਤਾਈਵਾਨ 'ਚੋਂ ਲੰਘਦੀ ਹੈ। ਠੀਕ ਹੈ, ਇੰਡੀਆ, ਬੰਗਲਾਦੇਸ਼, ਮਿਆਂਮਾਰ, ਓਮਾਨ, ਚਾਈਨਾ, ਤਾਈਵਾਨ, ਸਾਊਦੀ ਅਰੇਬੀਆ ਅਤੇ UAE। ਠੀਕ ਹੈ ਜੀ ਗੱਲ, ਇਹ ਤੁਸੀਂ ਗੱਲ ਜਿਹੜੀ ਯਾਦ ਰੱਖਣੀ ਹੈ। ਠੀਕ ਹੈ, ਐਤਕੀ ਮੈਨੂੰ ਲੱਗਦਾ ਜੇਲ੍ਹ ਸੁਪਰਡੈਂਟ ਦੇ ਵਿੱਚ ਇਹ ਕੁਐਸਚਨ ਹੈ ਜਿਹੜਾ ਉਹ ਪੁੱਛਿਆ ਗਿਆ ਸੀਗਾ। ਤਾਂ ਠੀਕ ਹੈ, ਧਿਆਨ ਨਾਲ ਦੇਖਿਓ। ਤਾਂ ਇਹ ਪੱਕੀ ਗੱਲ ਹੈ ਵੀ ਇਹਨੂੰ ਰਿਪੀਟ ਕਰਕੇ ਸੁਣ ਲਿਓ ਤਾਂ ਤੁਹਾਨੂੰ ਪੱਕਾ ਯਾਦ ਹੋ ਜਾਊਗਾ। ਤਾਂ ਮੈਂ ਰਿਪੀਟ ਤਾਂ ਕਰਦਾ ਹੀ ਰਹੂੰਗਾ ਅਗਲੇ ਲੈਕਚਰ ਦੇ ਵਿੱਚ, ਜੀਓਗ੍ਰਾਫੀ ਦੇ ਜਦੋਂ ਲੈਕਚਰਸ ਨੇ ਜਿਹੜੇ ਬਣਾਊਂਗਾ। ਠੀਕ ਹੈ ਜੀ, ਤਾਂ ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਐਵਰੀ ਜੱਜ ਆਫ ਹਾਈ ਕੋਰਟ ਅਪੋਇੰਟਡ ਬਾਏ, ਕਿ ਹਾਈ ਕੋਰਟ ਦਾ ਜਿਹੜਾ ਜੱਜ ਆ ਉਹਨੂੰ ਕੌਣ ਅਪੋਇੰਟ ਕਰਦਾ ਹੈ, ਤਾਂ ਤੁਸੀਂ ਕੀ ਲਾਓਗੇ ਜੀ, ਇਹਦਾ ਜਿਹੜਾ ਸਹੀ ਆਨਸਰ ਹੈ ਜੀ ਉਹ ਲਾਊਗਾ ਜੀ ਪ੍ਰੈਜ਼ੀਡੈਂਟ। ਠੀਕ ਹੈ, ਗਵਰਨਰ ਨਾ ਲਾ ਦਿਓ, ਪ੍ਰੈਜ਼ੀਡੈਂਟ ਲਾਓ। ਠੀਕ ਹੈ ਜੀ ਗੱਲ। ਹੁਣ ਮੈਂ ਤੁਹਾਨੂੰ ਥੋੜ੍ਹਾ ਜਿਹਾ ਹੋਰ ਦੱਸ ਦਿੰਦਾ ਕਿ ਪ੍ਰੈਜ਼ੀਡੈਂਟ ਬਿਲਕੁਲ ਜੀ ਅਪੋਇੰਟ ਕਰਦਾ
ਹਾਈ ਕੋਰਟ ਦੇ ਜੱਜ ਨੂੰ ਤਾਂ ਉਹ ਸਲਾਹ ਵੀ ਲੈਂਦੇ ਹੁੰਦੇ ਜੀ ਕਿਹਦੀ, ਚੀਫ ਜਸਟਿਸ ਆਫ ਇੰਡੀਆ ਦੀ ਵੀ ਸਲਾਹ ਲੈਂਦੇ ਨੇ, ਠੀਕ ਹੈ ਜੀ, ਉੱਥੋਂ ਦੇ ਗਵਰਨਰ ਦੀ ਵੀ ਸਲਾਹ ਲੈਂਦੇ ਨੇ, ਠੀਕ ਹੈ ਜੀ, ਅਤੇ ਪ੍ਰੈਜ਼ੀਡੈਂਟ। ਇਹ ਮਤਲਬ ਤਿੰਨੇ ਕੀ ਹੈ ਜੀ ਅਪੋਇੰਟ, ਮਤਲਬ ਸਲਾਹ ਦੇ ਨਾਲ ਕੀ ਹੈ ਜੀ ਅਪੋਇੰਟ ਕਰਦੇ ਨੇ। ਪਰ ਜੇ ਆਪਸ਼ਨ ਪ੍ਰੈਜ਼ੀਡੈਂਟ ਪਿਆ ਤਾਂ ਤੁਸੀਂ ਪ੍ਰੈਜ਼ੀਡੈਂਟ ਲਾਓਗੇ। ਬਿਲਕੁਲ ਸਲਾਹ ਇਹਨਾਂ 2 ਜਾਂ 3 ਬੰਦਿਆਂ ਦੀ ਲੈਂਦੇ ਹੀ ਲੈਂਦੇ ਨੇ, ਠੀਕ ਹੈ। ਤਾਂ ਯਾਦ ਰੱਖਿਓ ਹਾਈ ਕੋਰਟ ਦਾ ਜਿਹੜਾ ਆਰਟੀਕਲ ਆਪਾਂ ਸੰਵਿਧਾਨ ਦੇ ਵਿੱਚ 214 ਨੰਬਰ ਆਰਟੀਕਲ ਹੈ ਜਿਹੜਾ ਉਹ ਹਾਈ ਕੋਰਟ ਦਾ ਪੜ੍ਹਿਆ ਹੋਇਆ। ਪੇਪਰ 'ਚ ਤੁਹਾਨੂੰ ਪੁੱਛ ਲੈਂਦਾ ਫਸਟ ਵੂਮੈਨ ਜੱਜ ਆਫ ਹਾਈ ਕੋਰਟ, ਤਾਂ ਤੁਸੀਂ ਕੀ ਲਾਓਗੇ ਜੀ, ਐਨਾ ਚੈਂਡੇ, ਠੀਕ ਹੈ। ਇਹ ਗੱਲ ਨਹੀਂ ਤੁਸੀਂ ਭੁੱਲਣੀ, ਫਸਟ ਵੂਮੈਨ ਜੱਜ ਆਫ ਹਾਈ ਕੋਰਟ। ਜੇ ਪੁੱਛ ਲੈਣ ਫਸਟ ਵੂਮੈਨ ਚੀਫ ਜਸਟਿਸ ਆਫ ਹਾਈ ਕੋਰਟ ਤਾਂ ਉਹਦਾ ਜਿਹੜਾ ਨਾਮ ਹੈ ਪੇਪਰ 'ਚ ਪੁੱਛ ਲੈਂਦੇ ਨੇ ਜੀ, ਤਾਂ ਲੀਲਾ ਸੇਠ ਨਹੀਂ ਭੁੱਲਣਾ ਤੁਸੀਂ, ਠੀਕ ਹੈ ਜੀ। ਗੱਲ ਪੇਪਰ 'ਚ ਬਹੁਤ ਪੁੱਛਿਆ ਜਾਂਦਾ ਹੈ, ਇੰਪੋਰਟੈਂਟ ਹੈ। ਕਾਮਨ ਹਾਈ ਕੋਰਟ ਪੇਪਰ 'ਚ ਪੁੱਛ ਲੈਣ ਦਾ ਉਹਦਾ ਆਰਟੀਕਲ ਕਿਹੜਾ ਜੀ, 231 ਨੰਬਰ ਆਰਟੀਕਲ ਹੈ ਜਿਹੜਾ ਉਹ ਕਾਮਨ ਹਾਈ ਕੋਰਟ ਦਾ ਆਰਟੀਕਲ ਹੈ, ਠੀਕ ਹੈ ਜੀ। ਤਾਂ ਤੁਸੀਂ ਹੋਰ ਮੈਂ ਤੁਹਾਨੂੰ ਦੱਸ ਦਿੰਦਾ, ਵੈਸਟ ਬੰਗਾਲ ਪੇਪਰ 'ਚ ਪੁੱਛ ਲੈਣ ਕਿਹਦੇ ਨਾਲ ਆਪਦੀ ਹਾਈ ਕੋਰਟ ਹੈ ਜਿਹੜੀ ਸ਼ੇਅਰ ਕਰਦੀ ਹੈ, ਅੰਡੇਮਾਨ ਨਿਕੋਬਾਰ ਆਈਲੈਂਡਸ ਦੇ ਨਾਲ ਵੈਸਟ ਬੰਗਾਲ ਹੈ ਜਿਹੜੀ ਆਪਦੀ ਹਾਈ ਕੋਰਟ ਹੈ ਸ਼ੇਅਰ ਕਰਦੀ ਹੈ, ਠੀਕ ਹੈ। ਹੋਰ ਸੁਣ ਲਓ, ਅਤੇ ਜੇ ਆਪਾਂ ਨੂੰ ਪੁੱਛ ਲੈਣ ਤਾਮਿਲਨਾਡੂ ਆਪਦੀ ਜਿਹੜੀ ਹਾਈ ਕੋਰਟ ਆ ਉਹ ਕਿਹਦੇ ਨਾਲ ਸ਼ੇਅਰ ਕਰਦੇ ਆ ਜੀ, ਤਾਂ ਪੁਡੂਚੇਰੀ ਦੇ ਨਾਲ ਸ਼ੇਅਰ ਕਰਦਾ ਜੀ, ਠੀਕ ਹੈ। ਅਤੇ ਜੇ ਪੇਪਰ 'ਚ ਪੁੱਛ ਲੈਣ ਕੇਰਲਾ ਆਪਦੀ ਹਾਈ ਕੋਰਟ ਆ ਜਿਹੜੀ ਕਿਹਦੇ ਨਾਲ ਸ਼ੇਅਰ ਕਰਦਾ, ਤਾਂ ਤੁਸੀਂ ਕਹੋਗੇ ਜੀ ਲਕਸ਼ਦੀਪ ਦੇ ਨਾਲ ਸ਼ੇਅਰ ਕਰਦਾ ਜੀ, ਠੀਕ ਹੈ। ਮਹਾਰਾਸ਼ਟਰ, ਗੋਆ, ਦਮਨ ਦਿਊ ਐਂਡ ਦਾਦਰ ਨਗਰ ਹਵੇਲੀ ਇਹ ਆਪਸ ਦੇ ਵਿੱਚ ਹਾਈ ਕੋਰਟਸ ਸ਼ੇਅਰ ਕਰਦੇ ਨੇ, ਠੀਕ ਹੈ। ਨਾਗਾਲੈਂਡ, ਅਸਾਮ, ਮਿਜ਼ੋਰਮ ਅਤੇ ਅਰੁਣਾਚਲ ਪ੍ਰਦੇਸ਼ ਇਹ ਆਪਸ ਦੇ ਵਿੱਚ ਹਾਈ ਕੋਰਟ ਹੈ ਜਿਹੜੀ ਉਹ ਸ਼ੇਅਰ ਕਰਦੇ ਨੇ, ਠੀਕ ਹੈ। ਇਹ ਗੱਲ ਤੁਸੀਂ ਯਾਦ ਰੱਖਣੀ ਹੈ, ਠੀਕ ਹੈ ਜੀ। ਗਵਰਨਰ ਨੂੰ ਪੇਪਰ ਦੇ ਵਿੱਚ ਪੁੱਛ ਲੈਣ ਤਾਂ ਕੌਣ ਅਪੋਇੰਟ ਕਰਦਾ, ਤਾਂ ਤੁਸੀਂ ਕਹੋਗੇ ਜੀ ਪ੍ਰੈਜ਼ੀਡੈਂਟ ਹੈ ਜਿਹੜੇ ਉਹ ਗਵਰਨਰ ਨੂੰ ਅਪੋਇੰਟ ਕਰਦੇ ਨੇ, ਠੀਕ ਹੈ ਜੀ। ਜਿਵੇਂ ਸੈਂਟਰ ਦੇ ਵਿੱਚ ਰਾਸ਼ਟਰਪਤੀ ਹੁੰਦਾ ਹੈ ਉਵੇਂ ਸਟੇਟ ਦੇ ਵਿੱਚ ਗਵਰਨਰ ਹੁੰਦੇ ਨੇ, ਠੀਕ ਹੈ ਜੀ ਗੱਲ। ਅਤੇ ਪੇਪਰ 'ਚ ਇਹ ਪੁੱਛ ਲੈਣ ਕਿ ਅਪੋਇੰਟ ਤਾਂ ਪ੍ਰੈਜ਼ੀਡੈਂਟ ਕਰਦਾ ਹੈ ਪਰ ਗਵਰਨਰ ਨੂੰ ਸਹੁੰ ਕੌਣ ਚੁਕਾਉਂਦਾ ਹੈ, ਤਾਂ ਇੱਥੇ ਕਨਫਿਊਜ਼ਨ ਹੋ ਜਾਂਦੀ ਹੈ ਬੱਚਿਆਂ ਨੂੰ। ਤਾਂ ਜਦੋਂ ਅਪੋਇੰਟ ਕਰੂਗਾ ਗਵਰਨਰ ਨੂੰ ਤਾਂ ਉਹ ਕੌਣ ਕਰਦੇ ਨੇ ਜੀ, ਪ੍ਰੈਜ਼ੀਡੈਂਟ ਕਰਦੇ ਨੇ, ਰਾਸ਼ਟਰਪਤੀ ਕਰਦੇ ਨੇ। ਪਰ ਜਦੋਂ ਗਵਰਨਰ ਨੂੰ ਸਹੁੰ ਚੁਕਾਉਣਗੇ ਤਾਂ ਉਹ ਕੌਣ ਚੁਕਾਉਣਗੇ ਜੀ, ਚੀਫ ਜਸਟਿਸ ਆਫ ਹਾਈ ਕੋਰਟ, ਠੀਕ ਹੈ ਜੀ। ਇਹ ਗੱਲ ਤੁਸੀਂ ਯਾਦ ਰੱਖਣੀ ਆ। ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਲਾਸਟ ਕੁਐਸਚਨ ਹੈ ਜੀ, ਇੰਟਰ ਸਟੇਟ ਕਾਊਂਸਿਲ ਵਾਜ਼ ਕੌਂਸਟੀਟਿਊਟਡ ਅੰਡਰ ਆਰਟੀਕਲ। ਦੇਖੋ ਇਹ ਕੁਐਸਚਨ ਨੇ ਜਿਹੜੇ PPSC ਦੇ ਨੇ, ਠੀਕ ਹੈ। ਤਾਂ ਪਿਛਲੀ ਵਾਰ ਇਹ ਕੁਐਸਚਨ ਨੇ ਜਿਹੜੇ ਮਿਲਾਨ ਚਿੰਨ੍ਹ ਦੇ ਵਿੱਚ ਆ ਜਾਂਦੇ ਨੇ, ਠੀਕ ਹੈ। ਤਾਂ ਕਈ ਬੱਚੇ ਸੋਚਦੇ ਨੇ ਵੀ ਯਾਰ ਇਹ ਬਹੁਤ ਔਖੇ ਲੈਵਲ ਦਾ ਕੁਐਸਚਨ ਹੈ, ਮਤਲਬ ਇਹੋ ਜਿਹੇ ਪੇਪਰ 'ਚ ਨਹੀਂ ਆਉਂਦੇ। ਤਾਂ ਬਿਲਕੁਲ ਜੀ ਇਹ ਤੁਹਾਡੀ ਧਾਰਨਾ ਜਿਹੜੀ ਗਲਤ ਹੈ, ਤਾਂ ਪੇਪਰ 'ਚ ਪੁੱਛ ਲਿਆ ਜਾਂਦਾ, ਡਾਇਰੈਕਟ ਕੁਐਸਚਨਸ ਨੇ, ਠੀਕ ਹੈ। ਤਾਂ ਇਹੋ ਜਿਹੇ ਕੁਐਸਚਨ ਹੀ ਤੁਹਾਡੇ ਪੇਪਰ ਦੇ ਵਿੱਚ ਨੰਬਰ ਵਧਾਉਂਦੇ ਨੇ, ਠੀਕ ਹੈ। ਇੰਪੋਰਟੈਂਟ ਹੈ ਜੀ। ਇੰਟਰ ਸਟੇਟ ਕਾਊਂਸਿਲ ਦਾ ਜਿਹੜਾ ਆਰਟੀਕਲ ਹੈ ਇਹ ਪੁੱਛਿਆ ਹੋਇਆ ਜੀ, ਤਾਂ ਇਹਦਾ ਜਿਹੜਾ ਸਹੀ ਜਵਾਬ ਹੈ ਜੀ ਉਹ ਕੀ ਆਊਗਾ, ਆਰਟੀਕਲ 263। ਹੁਣ ਮੈਂ ਤੁਹਾਨੂੰ ਇੰਟਰ ਸਟੇਟ ਕਾਊਂਸਿਲ ਦੇ ਬਾਰੇ ਦੱਸਦਾ ਥੋੜ੍ਹਾ ਜਿਹਾ। ਇਹ 1990 ਦੇ ਵਿੱਚ ਇੰਟਰ ਸਟੇਟ ਕਾਊਂਸਿਲ ਹੈ ਜਿਹੜੀ ਬਣੀ ਸੀ। ਆਰਟੀਕਲ ਫੇਰ ਰਿਪੀਟ ਕਰ ਦਿੰਦਾ ਜੀ, ਆਰਟੀਕਲ 263 ਦੀ ਗੱਲ ਕਰੂਗਾ, ਠੀਕ ਹੈ ਜੀ ਗੱਲ। ਤਾਂ ਇੰਟਰ ਸਟੇਟ ਕਾਊਂਸਿਲ ਦੇ ਜਿਹੜੇ ਚੇਅਰਮੈਨ ਹੁੰਦੇ ਨੇ ਜੀ ਉਹ ਕੌਣ ਹੁੰਦੇ ਨੇ, PM ਹੁੰਦੇ ਨੇ, ਠੀਕ ਹੈ। 6 ਯੂਨੀਅਨ ਕੈਬੀਨੇਟ ਮਿਨਿਸਟਰਸ ਨੇ ਜਿਹੜੇ ਉਹ ਇਹਦਾ ਹਿੱਸਾ ਹੁੰਦੇ ਨੇ, ਠੀਕ ਹੈ। CM ਆਫ ਆਲ ਸਟੇਟਸ ਵੀ ਇਹਦੇ ਕੀ ਹੁੰਦੇ ਨੇ, ਹਿੱਸਾ ਹੁੰਦੇ ਨੇ। ਅਤੇ ਐਡਮਿਨਿਸਟ੍ਰੇਟਰ ਆਫ UTs ਵੀ ਇਹਦੇ ਕੀ ਹੁੰਦੇ ਨੇ ਜੀ, ਹਿੱਸਾ ਹੁੰਦੇ ਨੇ। ਤਾਂ 1983 ਦੇ ਵਿੱਚ ਕੀ ਹੈ ਜੀ, ਸਰਕਾਰੀਆ ਕਮਿਸ਼ਨ ਬਣਿਆ ਸੀ, ਠੀਕ ਹੈ। 1983 ਬੱਚਿਓ ਸਰਕਾਰੀਆ ਕਮਿਸ਼ਨ 'ਤੇ ਕੁਐਸਚਨ ਬਹੁਤ ਪੁੱਛਿਆ ਜਾਂਦਾ ਹੈ। ਡੇਟ ਪੁੱਛ ਲੈਂਦੇ ਆ ਜਾਂ ਸੰਬੰਧਿਤ ਕਿਹਦੇ ਨਾਲ ਹੈ, ਤਾਂ ਸਰਕਾਰੀਆ ਕਮਿਸ਼ਨ ਜਿਹੜਾ ਸੰਬੰਧ ਸੀਗਾ ਕਿਹਦੀ ਗੱਲ ਕਰਦਾ ਸੀ, ਸੈਂਟਰ ਅਤੇ ਸਟੇਟ ਦੀ ਰਿਲੇਸ਼ਨਸ਼ਿਪ ਦੀ ਗੱਲ ਕਰਦਾ ਸੀ ਸਰਕਾਰੀਆ ਕਮਿਸ਼ਨ 1983 ਦੇ ਵਿੱਚ। ਸਰਕਾਰੀਆ ਜਸਟਿਸ ਸਰਕਾਰੀਆ ਦੀ ਜਿਹੜੀ ਡੈਥ ਹੁੰਦੀ ਹੈ ਉਹ 2007 ਦੇ ਵਿੱਚ ਹੋ ਜਾਂਦੀ ਹੈ, ਠੀਕ ਹੈ। ਇਹ ਗੱਲ ਤੁਸੀਂ ਯਾਦ ਰੱਖਣੀ ਹੈ, ਠੀਕ ਹੈ ਜੀ ਗੱਲ। ਇਹ 'ਚ ਆਰਟੀਕਲ ਦੇਖੋ 266 ਵੀ ਪਿਆ ਆਪਸ਼ਨ ਦੇ ਵਿੱਚ। ਤਾਂ 266 ਕਿਹਦੀ ਗੱਲ ਕਰਦਾ ਜੀ, ਕੰਸੋਲੀਡੇਟਡ ਫੰਡ ਆਫ ਇੰਡੀਆ, ਯਾਨੀ ਕਿ ਮਤਲਬ ਕੀ ਹੈ ਜੀ, ਪੇਮੈਂਟ ਮਤਲਬ ਭਾਰਤ ਦੇ ਖਾਤੇ ਵਿੱਚੋਂ ਕੰਸੋਲੀਡੇਟ ਫੰਡ ਆਫ ਇੰਡੀਆ 'ਚੋਂ ਜਾਂਦੀ ਹੈ ਅਤੇ ਜਿੰਨੀ ਕੁ ਰਿਸਿਪਟ ਹੁੰਦੀ ਹੈ, ਇਹੋ ਜਿਹੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਕੰਸੋਲੀਡੇਟ ਫੰਡ ਆਫ ਇੰਡੀਆ ਦੇ ਵਿੱਚ ਲਿਖੀਆਂ ਹੋਈਆਂ ਨੇ ਆਰਟੀਕਲ 266 ਦੇ ਵਿੱਚ, ਠੀਕ ਹੈ ਜੀ। ਇਹਦੇ ਨਾਲ ਹੀ ਮਿਲਦਾ ਜੁਲਦਾ ਇੱਕ ਆਰਟੀਕਲ ਹੋਰ ਹੈ ਜੀ, ਕੰਟੀਜੈਂਸੀ ਫੰਡ ਆਫ ਇੰਡੀਆ, ਜਿਹੜਾ ਕਿਹੜੇ ਆਰਟੀਕਲ ਦੇ ਵਿੱਚ ਦੱਸਿਆ ਹੋਇਆ ਜੀ, ਆਰਟੀਕਲ 267। ਇਹ ਪੇਪਰ ਦੇ ਵਿੱਚ ਬੱਚੇ ਸਿੱਧੇ ਆ ਜਾਂਦੇ ਨੇ। ਕੰਸੋਲੀਡੇਟ ਫੰਡ ਆਫ ਇੰਡੀਆ ਦੀ ਜੇ ਮੈਂ ਗੱਲ ਕਰਾਂ ਤਾਂ ਇਹਦੀ ਜਿਹੜੀ ਅਥਾਰਟੀ ਹੁੰਦੀ ਹੈ ਇਹ 'ਚ ਪੈਸੇ ਕਢਾਉਣ ਦੀ, ਉਹ ਕਿਹਦੀ ਹੁੰਦੀ ਹੈ ਜੀ, ਪਾਰਲੀਆਮੈਂਟ ਦੀ, ਠੀਕ ਹੈ ਜੀ ਗੱਲ। ਅਤੇ ਜੇ ਕੰਟੀਜੈਂਸੀ ਫੰਡ ਆਫ ਇੰਡੀਆ ਦੀ ਗੱਲ ਕਰਾਂ ਤਾਂ ਇਹ ਕਿਹਦੀ ਹੁੰਦੀ ਹੈ ਜੀ, ਪ੍ਰੈਜ਼ੀਡੈਂਟ। ਪਿਛਲੀ ਵਾਰ ਦਾ ਕੁਐਸਚਨ ਹੈ ਜੀ, ਇਹ ਪੇਪਰ ਦੇ ਵਿੱਚ ਪੁੱਛਿਆ ਹੋਇਆ।
ਪਾਰਲੀਮੈਂਟ ਕੌਨਸਿਸਟ ਆਫ ਪੇਪਰ 'ਚ ਪੁੱਛ ਲੈਂਦੇ ਪਾਰਲੀਮੈਂਟ ਕਿਹਦੀ ਬਣੀ ਹੁੰਦੀ ਹੈ, ਤਾਂ ਤੁਸੀਂ ਯਾਦ ਰੱਖਣਾ ਹੈ ਪੇਪਰ 'ਚ ਸਿੱਧਾ ਡਾਇਰੈਕਟ ਕੁਐਸਚਨ ਆ ਜਾਂਦਾ ਹੈ ਪ੍ਰੈਜ਼ੀਡੈਂਟ, ਲੋਕ ਸਭਾ ਅਤੇ ਰਾਜ ਸਭਾ। ਰਾਜ ਸਭਾ ਆਪਣਾ ਕੀ ਹੈ ਜੀ ਅਪਰ ਹਾਊਸ ਹੈ, ਲੋਕ ਸਭਾ ਕੀ ਹੈ ਜੀ ਲੋਅਰ ਹਾਊਸ ਹੈ ਜੀ। ਠੀਕ ਹੈ ਜੀ ਗੱਲ। ਪ੍ਰੈਜ਼ੀਡੈਂਟ ਇਜ਼ ਨੋਟ ਦਾ ਮੈਂਬਰ ਆਫ ਪਾਰਲੀਮੈਂਟ ਬਟ ਹੀ ਇਜ਼ ਇੰਟੈਗਰਲ ਪਾਰਟ ਆਫ ਦਿਸ। ਠੀਕ ਹੈ, ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਹੋਰ ਮੈਂ ਤੁਹਾਨੂੰ ਦੱਸ ਦਿੰਦਾ ਲੋਕ ਸਭਾ ਦੇ ਜਿਹੜੇ ਵੱਧ ਤੋਂ ਵੱਧ ਮੈਂਬਰ ਨੇ ਉਹ ਮਤਲਬ ਲੋਕ ਸਭਾ ਦੇ ਟੋਟਲ ਮੈਂਬਰਾਂ ਦੀ ਗਿਣਤੀ ਪੇਪਰ 'ਚ ਪੁੱਛ ਲੈਣ ਕਿੰਨੀ ਹੈ, ਤਾਂ ਐਟ ਪ੍ਰੈਜ਼ੈਂਟ 550 ਆ ਗਈ। ਠੀਕ ਹੈ ਜੀ। ਅਤੇ ਰਾਜ ਸਭਾ ਦੀ ਕਿੰਨੀ ਹੈ ਜੀ 250 ਹੈ। ਠੀਕ ਹੈ, ਇਹ ਗੱਲ ਤੁਸੀਂ ਯਾਦ ਰੱਖ ਲਿਓ। ਹੋਰ ਆਪਣੀ ਇਨਫੋਰਮੇਸ਼ਨ ਕੀ ਮੈਂ ਤੁਹਾਨੂੰ ਇਹਦੇ ਨਾਲ ਸ਼ੇਅਰ ਕਰ ਸਕਦਾ, ਤਾਂ ਇੰਨੀ ਕੁ ਇਨਫੋਰਮੇਸ਼ਨ ਹੀ ਸ਼ੇਅਰ ਕਰ ਸਕਦੇ ਇਹਦੇ ਨਾਲ। ਆਰਟੀਕਲ 263 ਇਹਦਾ ਜਿਹੜਾ ਹੈਗਾ ਉਹ ਸਹੀ ਆਨਸਰ ਹੈ। ਬੱਚਿਓ ਜੇਕਰ ਤੁਹਾਨੂੰ ਸੈਸ਼ਨ ਹੈ ਜਿਹੜਾ ਵਧੀਆ ਲੱਗਦਾ, ਕੁਐਸਚਨਸ ਵਧੀਆ ਲੱਗਦੇ ਨੇ, ਤਾਂ ਤੁਹਾਡਾ ਲਾਈਕ ਕਮੈਂਟ ਅਤੇ ਤੁਹਾਡੇ ਸ਼ੇਅਰ ਕਰਨ ਦਾ ਜਿਹੜੇ ਨਾਲ ਮੇਰੀ ਜਿਹੜੀ ਮੋਟੀਵੇਸ਼ਨ ਆ ਉਹ ਵਧੂਗੀ। ਮੇਰਾ ਕੋਈ ਮਕਸਦ ਇਹ ਨਹੀਂ ਹੈਗਾ ਵੀ ਮੈਂ ਸਿੱਧਾ ਸਲਾਈਡਾਂ ਬਣਾ ਕੇ ਮਤਲਬ ਕੁਐਸਚਨਸ ਨੂੰ ਪਾਵਾਂ, ਤਾਂ ਇਨਫੋਰਮੇਸ਼ਨ ਅਤੇ ਰਿਵੀਜ਼ਨ ਕਰਾਉਣਾ ਹੀ ਮੇਰਾ ਮਕਸਦ ਹੈ। ਜੇਕਰ ਵਧੀਆ ਲੱਗਦਾ ਤਾਂ ਲਾਈਕ ਜ਼ਰੂਰ ਕਰ ਦਿਓ, ਜੇ ਨਹੀਂ ਵਧੀਆ ਲੱਗਦਾ ਤਾਂ ਓਬਵੀਅਸ ਹੈ ਵੀ ਤੁਹਾਡੇ ਰਿਵਿਊ ਹੈ ਜਿਹੜੇ ਉਹ ਮੇਰੇ ਲਈ ਬਹੁਤ ਮਤਲਬ ਮਾਇਨੇ ਰੱਖਦੇ ਨੇ। ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ।